Hello students, welcome to our online physics class. Myself Sunil, lecturer in physics, Government Girls Senior Secondary School Mandi Harjira Malot। तो बेटा ਆਪਾਂ कुछ टॉपिक्स पहले ਆਪਾਂ कर चुके हैं एंड आई होप कि वो जो काम ਆਪਾਂ ਕੀਤਾ ਹੈ ਉਹ ਤੁਹਾਨੂੰ ਪੂਰਾ ਪ੍ਰੋਪਰ ਸਮਝ ਆ ਗਿਆ ਹੋਵੇਗਾ और ਉਹਨੂੰ ਅੱਛੀ ਤਰ੍ਹਾਂ ਰਿਵਾਈਜ਼ ਕਰ ਲੈਣਾ ਹੈ। ਮੈਥਡ ਤੁਹਾਨੂੰ ਪਹਿਲੇ ਵੀ ਦੱਸਿਆ ਜਾ ਚੁੱਕਿਆ ਹੈ ਵੀ ਤੁਸੀਂ ਪਹਿਲੇ ਜਿਹੜੇ ਨੋਟਸ ਹੈ ਉਹਨਾਂ ਨੂੰ ਪੜ੍ਹਨਾ ਹੈ, ਫਿਰ ਵੀਡੀਓ ਲੈਕਚਰ ਦੇਖਣਾ ਹੈ। ਜਦੋਂ ਉੱਥੋਂ ਤੁਹਾਨੂੰ ਸਮਝ ਆ ਜਾਏਗੀ ਫਿਰ ਉਹਨੂੰ ਕਾਪੀ ਦੇ ਉੱਪਰ ਯਾਦ ਕਰਨ ਤੋਂ ਬਾਅਦ ਕਾਪੀ ਦੇ ਉੱਪਰ ਆਪਣੇ ਲਿਖਣਾ ਹੈ, ਠੀਕ ਹੈ। ਔਰ ਉਹ ਲਿਖਣਾ ਤੁਹਾਨੂੰ ਆਪਣੇ ਆਪ ਆਉਣਾ ਚਾਹੀਦਾ ਹੈ। ਜਦੋਂ ਤੁਹਾਨੂੰ ਲੱਗੇ ਵੀ ਹਾਂ ਮੈਂ ਆਪਣੇ ਆਪ ਲਿਖ ਸਕਦਾ, ਦੈਟ ਮੀਨਸ ਕਿ ਉਦੋਂ ਆਪਾਂ ਨੂੰ ਆਰਟੀਕਲ ਅੱਛੀ ਤਰ੍ਹਾਂ ਲਰਨ ਹੋ ਗਿਆ ਤੇ ਆਪਾਂ ਉਸ ਨੂੰ ਸਮਝ ਸਕਦੇ ਹਾਂ ਵੀ ਹਾਂ ਸਾਨੂੰ ਇਹ ਚੀਜ਼ ਹੁਣ ਆਉਂਦੀ ਹੈ। ਇਕੱਲਾ ਪੜ੍ਹ ਕੇ ਨਹੀਂ ਸੋਚ ਲੈਣਾ ਵੀ ਹਾਂ ਆਉਂਦਾ ਹੈ, ਜਦ ਤੱਕ ਆਪਾਂ ਲਿਖਦੇ ਨਹੀਂ। ਕਲੀਅਰ? ਤਾਂ ਆਪਾਂ ਕੁਝ ਟੌਪਿਕਸ ਪਹਿਲੇ ਕਰ ਚੁੱਕੇ ਹਾਂ। ਹੁਣ ਅੱਜ ਆਪਾਂ ਜੋ ਸਟਾਰਟ ਕਰਾਂਗੇ ਉਹ ਆਪਣਾ ਫਸਟ ਜਿਹੜਾ ਚੈਪਟਰ ਹੈ ਉਹਨੂੰ ਸਟਾਰਟ ਕਰਾਂਗੇ, ਕਿਉਂਕਿ ਪਹਿਲੇ ਕੁਝ ਸਟੂਡੈਂਟਸ ਵਿੱਚ ਨਹੀਂ ਸੀ, ਹੈ ਨਾ, ਫਲਕਚੁਏਸ਼ਨ ਜੀ ਸੀ, ਕੁਝ ਨਵੇਂ ਸਟੂਡੈਂਟਸ ਆ ਰਹੇ ਸੀ। ਮੈਨੂੰ ਇਹ ਲੱਗਦਾ ਹੈ ਵੀ ਹੁਣ ਥੋੜਾ ਚਲੋ ਆਪਣਾ ਇੱਕ ਸਟੇਬਿਲਿਟੀ ਆ ਗਈ ਹੈ ਆਪਣੀ ਕਲਾਸ ਦੀ। ਤਾਂ ਆਪਾਂ ਆਪਣਾ ਫਸਟ ਜਿਹੜਾ ਚੈਪਟਰ ਹੈ ਬੇਟਾ ਉਹਨੂੰ ਸਟਾਰਟ ਕਰਦੇ ਹਾਂ ਟੂਡੇ। ਵੀ ਵਿਲ ਸਟਾਰਟ ਦਾ ਫਸਟ ਚੈਪਟਰ। ਔਰ ਉਹ ਜੋ ਫਸਟ ਚੈਪਟਰ ਹੈ ਉਹ ਸਾਡੇ ਕੋਲ ਆਏਗਾ ਫਿਜ਼ੀਕਲ ਵਰਡ, ਠੀਕ ਹੈ। ਤਾਂ ਫਿਜ਼ੀਕਲ ਵਰਡ ਦਿਸ ਇਜ਼ ਦਾ ਫਸਟ ਚੈਪਟਰ, ਠੀਕ ਹੈ। ਇਹਦੇ 'ਚ ਆਪਾਂ ਗੱਲ ਕਰਾਂਗੇ ਕਿ ਫਿਜ਼ੀਕਲ ਵਰਡ ਵਿੱਚ ਜਦੋਂ ਆਪਾਂ ਗੱਲ ਕਰਾਂਗੇ ਤਾਂ ਇਹ ਚੈਪਟਰ ਦਾ ਨਾਮ ਹੈ ਆਪਣਾ ਫਿਜ਼ੀਕਲ ਵਰਡ, ਠੀਕ ਹੈ। ਇਹਦੇ 'ਚ ਪਹਿਲੇ ਸਾਇੰਸ ਬਾਰੇ ਗੱਲ ਕੀਤੀ ਹੈ ਬੇਟਾ, ਵਾਟ ਇਜ਼ ਸਾਇੰਸ ਤੇ ਉਹਦਾ ਓਰੀਜਨ ਕੀ ਹੈ। ਸਾਇੰਸ ਦਾ ਮਤਲਬ ਕੀ ਹੈ? ਬੇਸਿਕਲੀ ਆਪਾਂ ਕੀ ਸਮਝਦੇ ਸਾਇੰਸ ਨੂੰ? ਵੀ ਕੁਝ ਗਿਆਨ ਪ੍ਰਾਪਤ ਕਰਨਾ, ਕਿਸੇ ਚੀਜ਼ ਬਾਰੇ ਜਾਣਕਾਰੀ ਪ੍ਰਾਪਤ ਕਰਨਾ, ਉਹੀ ਸਾਇੰਸ ਹੁੰਦੀ ਹੈ। ਤੁਸੀਂ ਆਪਣੇ ਆਸ-ਪਾਸ ਜਿੰਨੀਆਂ ਵੀ ਕੁਝ ਦੇਖਦੇ ਹੋ ਨਾ, ਆਪਾਂ ਉਹਨਾਂ ਬਾਰੇ ਕੁਝ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਵੀ ਇਹ ਕੀ ਚੀਜ਼ ਹੈ, ਕਿਵੇਂ ਕੰਮ ਕਰਦੀ ਹੈ। ਜਦੋਂ ਉਹ ਸਾਨੂੰ ਕੁਐਸਚਨ ਆਉਂਦੇ ਆ ਸਾਡੇ ਮਾਈਂਡ 'ਚ ਤਾਂ ਅਸੀਂ ਉਹਨਾਂ ਬਾਰੇ ਕੋਈ ਜਾਣਕਾਰੀ ਪ੍ਰਾਪਤ ਕਰਦੇ ਹਾਂ, ਦੈਟ ਇਜ਼ ਸਾਇੰਸ, ਠੀਕ ਹੈ। ਤਾਂ ਇੱਥੇ ਆਪਣੇ ਕੋਲ ਤੁਸੀਂ ਇਹ ਰੀਡਿੰਗ ਕਰ ਸਕਦੇ ਹੋ, ਠੀਕ ਹੈ। ਸਿੰਪਲ ਜਿਹਾ ਕਨਸੈਪਟ ਹੈ, ਰੀਡ ਕਰ ਸਕਦੇ ਹਾਂ ਆਪਾਂ। ਇੱਥੇ ਅੱਜ ਮੈਂ ਦਿੱਤਾ ਹੋਇਆ ਦਾ ਵਰਡ ਸਾਇੰਸ ਇਜ਼ ਡਰਾਈਵਡ ਫਰੋਮ ਅ ਲੈਟਿਨ ਵਰਬ ਸੈਂਟੀਆ ਐਂਡ ਇਟ ਮੀਨਸ ਟੂ ਨੋ। ਇਹਦਾ ਮਤਲਬ ਕੀ ਹੈ? ਕੁਝ ਜਾਣਨਾ। ਜਦੋਂ ਆਪਾਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਦੈਨ ਦੈਟ ਮੀਨਸ ਇਟ ਇਜ਼ ਸਾਇੰਸ। ਸਾਇੰਟੀਫਿਕ ਮੈਥਡਸ ਹੁੰਦੇ ਆ। ਮੈਥਡ ਕੀ ਹੈ? ਸਾਇੰਟੀਫਿਕ ਮੈਥਡ ਦਾ ਮਤਲਬ ਕੀ ਹੈ? ਸਾਇੰਟੀਫਿਕ ਮੈਥਡ ਤੁਸੀਂ ਦੇਖਿਆ ਕਦੇ? ਤੁਸੀਂ ਆਬਜ਼ਰਵ ਕੀਤਾ ਹੋਊਗਾ ਵੀ ਤੁਸੀਂ ਸਾਈਕਲ ਚਲਾ ਰਹੇ ਹੋ ਸਪੋਜ਼, ਤੇ ਉਹ ਸਾਈਕਲ ਚਲਦਾ ਚਲਦਾ ਰੁਕ ਜਾਂਦਾ ਹੈ, ਠੀਕ ਹੈ। ਤੁਸੀਂ ਪੈਡਲ ਮਾਰਦੇ ਹੋ, ਨਹੀਂ ਚੱਲਦਾ। ਫਿਰ ਆਪਾਂ ਕੀ ਕਰਦੇ ਹਾਂ? ਉਦੋਂ ਜੋ ਆਪਾਂ ਕਰਾਂਗੇ ਨਾ ਉਹ ਸਾਇੰਟੀਫਿਕ ਮੈਥਡ ਹੈ। ਕੀ ਕਰਾਂਗੇ? ਸਭ ਤੋਂ ਪਹਿਲਾਂ ਆਪਾਂ ਓਬਜ਼ਰਵੇਸ਼ਨ ਕਰਾਂਗੇ ਵੀ ਇਹ ਕੀ ਚੀਜ਼ ਹੋ ਰਹੀ ਹੈ, ਕਿਤੋਂ ਆਵਾਜ਼ ਆ ਰਹੀ ਹੈ ਜਾਂ ਆਪਾਂ ਨੂੰ ਲੱਗ ਰਿਹਾ ਵੀ ਕੋਈ ਕਿਸੇ ਨੇ ਪਕੜਿਆ ਹੋਇਆ ਹੈ ਸਾਈਕਲ ਨੂੰ, ਪਿੱਛੋਂ ਤਾਂ ਨਹੀਂ ਚੱਲ ਰਿਹਾ। ਮਲਟੀਪਲ ਰੀਜ਼ਨ ਹੋ ਸਕਦੇ ਆ ਨਾ। ਤਾਂ ਆਪਾਂ ਜੋ ਆਪਾਂ ਨੂੰ ਦਿਖ ਰਿਹਾ ਹੋਊਗਾ, ਜੋ ਆਪਾਂ ਨੂੰ ਲੱਗ ਰਿਹਾ ਹੋਊਗਾ, ਆਪਾਂ ਉਹਨਾਂ ਚੀਜ਼ਾਂ ਨੂੰ ਓਬਜ਼ਰਵ ਕਰਾਂਗੇ ਵੀ ਹੋ ਕੀ ਰਿਹਾ, ਕਿਵੇਂ ਹੋ ਰਿਹਾ, ਕੀ ਕੀ ਲੱਗਿਆ, ਵੀ ਕੀ ਕੋਈ ਚੀਜ਼ ਵਿੱਚ ਫਸ ਗਈ ਟਾਇਰ ਦੇ, ਜਾਂ ਕਿਸੇ ਨੇ ਪਕੜ ਲਿਆ, ਜਾਂ ਕੋਈ ਬ੍ਰੇਕ ਵਾਲਾ ਉਹ ਟੁੱਟ ਕੇ ਨਾਲ ਲੱਗ ਗਿਆ ਵੀ ਪਰਮਾਨੈਂਟ ਬ੍ਰੇਕ ਲੱਗ ਗਈ ਨਾਲ, ਹੈ ਨਾ। ਕੁਝ ਵੀ ਰੀਜ਼ਨ ਹੋ ਸਕਦੇ ਆ। ਫਿਰ ਆਪਾਂ ਜੇ ਆਪਾਂ ਨੂੰ ਲੱਗੂਗਾ ਵੀ ਆਹ ਚੀਜ਼ ਹੈ, ਫਿਰ ਆਪਾਂ ਐਕਸਪੈਰੀਮੈਂਟ ਜੇ ਕੁਝ ਕਰਕੇ ਦੇਖਦੇ ਹਾਂ, ਹੈ ਨਾ, ਰੀਜ਼ਨਿੰਗ ਹੁੰਦਾ ਸੋਚਦੇ ਹਾਂ। ਤਾਂ ਇਹ ਸਭ ਕੁਝ ਜਦੋਂ ਅਸੀਂ ਕਰਦੇ ਹਾਂ ਫਿਰ ਅਸੀਂ ਕੋਈ ਥਿਉਰੀ ਬਣਾਉਂਦੇ ਵੀ ਐਂ ਕਰਨ ਨਾਲ ਆਹ ਚੀਜ਼ ਹੋ ਰਹੀ ਹੈ, ਐਂ ਕਰਾਂਗੇ ਤਾਂ ਆਹ ਚੀਜ਼ ਨਹੀਂ ਹੋਊਗੀ, ਹੈ ਨਾ। ਫਿਰ ਅਸੀਂ ਉਹਨੂੰ ਸੌਰਟ ਆਊਟ ਕਰ ਲਾਂਗੇ, ਉਹਨੂੰ ਸੋਲਵ ਕਰ ਲਾਂਗੇ ਉਸ ਪ੍ਰੋਬਲਮ ਨੂੰ।
ਐਸੇ ਨੂੰ ਅਸੀਂ ਇੱਕ ਸਾਇੰਟੀਫਿਕ ਮੈਥਡ ਬੋਲਦੇ ਹਾਂ। ਠੀਕ ਹੈ, ਤਾਂ ਇਹਦੇ 'ਚ ਆਪਣੇ ਕੋਲ ਡਿਫਰੈਂਟ ਸਾਇੰਟੀਫਿਕ ਮੈਥਡ ਇੱਥੇ ਆਪਣੇ ਕੋਲ ਗਿਵਨ ਹੈ। ਸਾਇੰਟੀਫਿਕ ਮੈਥਡ ਇਜ਼ ਅ ਵੇ ਟੂ ਗੇਨ ਨੌਲੇਜ ਇਨ ਅ ਸਿਸਟੇਮੈਟਿਕ ਐਂਡ ਇਨ ਡੈਪਥ ਵੇ। ਠੀਕ ਹੈ, ਸਾਇੰਟੀਫਿਕ ਮੈਥਡ ਕੀ ਹੈ ਕਿ ਨੌਲੇਜ ਪ੍ਰਾਪਤ ਕਰਨਾ ਸਿਸਟੇਮੈਟਿਕ ਮੈਥਡ ਨਾਲ। ਇਹਦੇ 'ਚ ਇਹਦੇ ਸਟੈਪਸ ਹੈਗੇ ਹੈ ਜਿਹੜੇ ਲਏ ਜਾ ਸਕਦੇ ਆ। ਠੀਕ ਹੈ, ਫਿਰ ਇੱਕ ਮੇਨ ਪੁਆਇੰਟ ਆਉਂਦਾ ਆਪਣੇ ਕੋਲ ਕਿ ਸਾਇੰਸ ਜਿਹੜੀ ਹੁੰਦੀ ਹੈ ਨਾ, ਉਹਦੀ ਬੇਟਾ ਕੋਈ ਪਰਟੀਕੂਲਰ ਥਿਓਰੀ, ਫਾਈਨਲ ਥਿਓਰੀ ਨਹੀਂ ਹੁੰਦੀ। ਸਾਇੰਸ ਡਜ਼ ਨੋਟ ਹੈਵ ਐਨੀ ਫਾਈਨਲ ਥਿਓਰੀ। ਠੀਕ ਹੈ, ਸਾਇੰਸ ਦੀ ਕੋਈ ਫਾਈਨਲ ਥਿਓਰੀ ਨਹੀਂ ਹੁੰਦੀ। ਰੀਜ਼ਨ ਕੀ ਹੈ ਵੀ ਕੀ ਰੀਜ਼ਨ ਹੈ ਇਹਦਾ, ਕਾਰਨ ਕੀ ਹੈ? ਕਾਰਨ ਇਹ ਹੈ ਵੀ ਜਦੋਂ ਆਪਾਂ ਸਾਇੰਸ ਦੀ ਗੱਲ ਕਰਦੇ ਹਾਂ ਨਾ, ਤਾਂ ਇਹਦੇ 'ਚ ਸਾਡੇ ਕੋਲ ਸਕੋਪ ਰਹਿੰਦਾ ਹੈ ਹੋਰ ਇੰਪਰੂਵਮੈਂਟ ਕਰਨ ਦਾ, ਵੀ ਅਸੀਂ ਇੰਪਰੂਵ ਕਰ ਸਕਦੇ ਹਾਂ। ਜੋ ਅੱਜ ਸਾਨੂੰ ਲੱਗ ਰਿਹਾ ਹੈ, ਹੋ ਸਕਦਾ ਹੈ ਕੱਲ ਸਾਨੂੰ ਉਹ ਚੀਜ਼ ਗਲਤ ਲੱਗੇ, ਤਾਂ ਅਸੀਂ ਉੱਥੇ ਸਟਿਕ ਨਹੀਂ ਕਰਦੇ। ਅਸੀਂ ਇਹ ਨਹੀਂ ਕਹਿੰਦੇ ਵੀ ਹਾਂ ਜੀ ਨਿਊਟਨ ਨੇ ਆ ਕਿਹਾ ਸੀ ਤਾਂ ਇਹਦਾ ਮਤਲਬ ਉਹ ਹਮੇਸ਼ਾ ਹੀ ਸਹੀ ਰਹੂਗਾ, ਐਦਾਂ ਨਹੀਂ ਹੈਗਾ। ਅੱਜ ਇੱਕ ਥਿਓਰੀ ਹੈ ਹਨਾ, ਉਹ ਫਾਈਨਲ ਨਹੀਂ ਹੈ। ਕਿਸੇ ਨੇ ਕੁਝ ਦੱਸਿਆ, ਕਿਸੇ ਸਾਇੰਟਿਸਟ ਨੇ ਕੁਝ ਦੱਸਿਆ ਵੀ ਐਦਾਂ ਕਰਕੇ ਆ ਚੀਜ਼ ਹੋ ਰਹੀ ਹੈ, ਇਹਦਾ ਰੀਜ਼ਨ ਹੈ। ਠੀਕ ਹੈ, ਆਪਾਂ ਮੰਨ ਲਿਆ। ਉਸ ਤੋਂ ਬਾਅਦ ਉਹਦੇ 'ਤੇ ਹੋਰ ਰਿਸਰਚਿਸ ਕਰਦੇ ਰਹਿੰਦੇ, ਜਿਹੜੇ ਅਗਲੇ ਸਾਇੰਟਿਸਟ ਆਉਣਗੇ ਉਹ ਹੋਰ ਉਹਦੇ 'ਤੇ ਜਾਣਕਾਰੀ ਪ੍ਰਾਪਤ ਕਰਨਗੇ। ਕਿਸੇ ਨੂੰ ਲੱਗਦਾ ਹੈ ਵੀ ਆਹ ਕਾਰਨ ਨਹੀਂ ਸੀਗਾ, ਇਹਦੇ ਪਿੱਛੇ ਐਕਚੁਅਲ 'ਚ ਆਹ ਚੀਜ਼ ਐਦਾਂ ਹੋ ਰਹੀ ਹੈ। ਤਾਂ ਜਦੋਂ ਸਾਨੂੰ ਲੱਗਦਾ ਹੈ ਵੀ ਹਾਂ ਓਕੇ ਹੈ, ਤਾਂ ਅਸੀਂ ਉਹਨੂੰ ਮੰਨ ਲੈਂਦੇ ਹਾਂ, ਪੁਰਾਣੀ ਚੀਜ਼ ਨੂੰ ਛੱਡ ਦਿੰਦੇ ਹਾਂ। ਠੀਕ ਹੈ, ਤਾਂ ਦਿਸ ਇਜ਼ ਸਾਇੰਸ। ਓਕੇ, ਤਾਂ ਇਹਦੀ ਕੁਝ ਐਗਜ਼ਾਮਪਲਸ ਦਿੱਤੀਆਂ ਹੋਈਆਂ ਵੀ ਕਿਵੇਂ ਕਿਵੇਂ ਇਹ ਚੀਜ਼ਾਂ ਚੱਲੀਆਂ ਹਨਾ, ਕਿਵੇਂ ਕਿਵੇਂ ਇਹਨਾਂ ਚੀਜ਼ਾਂ ਤੋਂ ਹੀ ਆਪਾਂ ਨਵੀਆਂ ਚੀਜ਼ਾਂ ਡਰਾਈਵ ਹੋਈਆਂ। ਠੀਕ ਹੈ, ਉਸ ਤੋਂ ਬਾਅਦ ਸਾਡੇ ਕੋਲ ਕਨਸੈਪਟ ਆਉਂਦਾ ਹੈ ਨੈਚੁਰਲ ਸਾਇੰਸ ਦਾ। ਨੈਚੁਰਲ ਸਾਇੰਸ ਜਿਹੜੀ ਆਪਣੀ ਸਾਇੰਸ ਹੈ, ਉਹਨੂੰ ਆਪਾਂ 3 ਪਾਰਟਸ 'ਚ ਡਿਵਾਈਡ ਕਰਦੇ ਹਾਂ: ਫਿਜ਼ਿਕਸ, ਕੈਮਿਸਟਰੀ ਐਂਡ ਬਾਇਓ। ਠੀਕ ਹੈ, ਫਿਜ਼ਿਕਸ ਕੀ ਚੀਜ਼ ਹੈ? ਫਿਜ਼ਿਕਸ ਇਜ਼ ਦਾ ਸਟੱਡੀ ਆਫ ਦਾ ਬੇਸਿਕ ਲਾਜ਼ ਆਫ ਨੇਚਰ। ਜਿਹੜੇ ਬੇਸਿਕ ਲਾਜ਼ ਆਫ ਨੇਚਰ ਹੈ ਉਹਨਾਂ ਨੂੰ ਆਪਾਂ ਸਟੱਡੀ ਕਰਦੇ ਹਾਂ ਇਹਦੇ ਵਿੱਚ। ਠੀਕ ਹੈ, ਜਿਹੜੇ ਨੈਚੁਰਲ ਫਿਨੋਮਨਾਜ਼ ਹੈ ਉਹਨਾਂ ਨੂੰ ਅਸੀਂ ਸਟੱਡੀ ਕਰਦੇ ਹਾਂ, ਇਹਨੂੰ ਅਸੀਂ ਬੋਲਦੇ ਹਾਂ ਫਿਜ਼ਿਕਸ। ਠੀਕ ਹੈ, ਤਾਂ ਇਹਦੇ 'ਚ ਫਿਜ਼ਿਕਸ ਵਿੱਚ ਸਾਡੇ ਕੋਲ ਇੰਪੈਕਟ ਐਂਡ ਯੂਜ਼ਿਸ, ਇਹ ਤੁਸੀਂ ਪੜ੍ਹਨਾ ਧਿਆਨ ਨਾਲ ਵੀ ਯੂਜ਼ਿਸ ਕੀ ਹੈ ਫਿਜ਼ਿਕਸ ਦੇ, ਕੀ ਕਰ ਸਕਦੀ ਹੈ ਫਿਜ਼ਿਕਸ। ਪਹਿਲਾ ਜਿਵੇਂ ਦਿੱਤਾ ਹੋਇਆ, ਇਟ ਕੈਨ ਐਕਸਪਲੇਨ ਏ ਫਿਨੋਮਨਾ ਹੈਪਨਿੰਗ ਓਵਰ ਏ ਲਾਰਜ ਮੈਗਨੀਚਿਊਡ ਵਿਦ ਏ ਸਿੰਪਲ ਥਿਓਰੀ। ਵੀ ਕੋਈ ਫਿਨੋਮਨਾ ਹੈ ਉਹ ਇੱਕ ਲਾਰਜ ਮੈਗਨੀਚਿਊਡ ਤੇ ਹੋ ਰਿਹਾ ਹੈ, ਆਪਾਂ ਉਹਨੂੰ ਇੱਕ ਸਿੰਪਲ ਥਿਓਰੀ ਨਾਲ ਵੀ ਐਕਸਪਲੇਨ ਕਰ ਸਕਦੇ ਹਾਂ, ਦੈਟ ਇਜ਼ ਫਿਜ਼ਿਕਸ। Then experiments and observations are used to develop new theories, ठीक है, for unidentified phenomena and improve old theories for existing phenomena। ठीक है, ਤਾਂ ਆਪਾਂ ਐਕਸਪੈਰੀਮੈਂਟਸ ਤੇ ਆਬਜ਼ਰਵੇਸ਼ਨਸ ਕਰਦੇ ਹਾਂ, ਉਹਦੇ ਨਾਲ ਅਸੀਂ ਜਿਹੜੇ ਹਜੇ ਤੱਕ ਕੋਈ ਅਨਆਇਡੈਂਟੀਫਾਈਡ ਫਿਨੋਮਨਾਜ਼ ਹੈ ਜਿਨ੍ਹਾਂ ਨੂੰ ਹਜੇ ਐਕਸਪਲੇਨ ਨਹੀਂ ਕੀਤਾ ਜਾ ਸਕਿਆ, ਅਸੀਂ ਉਹਨਾਂ ਨੂੰ ਐਕਸਪਲੇਨ ਕਰਦੇ ਹਾਂ, ਜਾਂ ਫਿਰ ਜਿਹੜੀਆਂ ਓਲਡ ਥਿਓਰੀਜ਼ ਹੈ ਉਹਨਾਂ ਨੂੰ ਨਵੇਂ ਤਰੀਕੇ ਨਾਲ, ਉਹਨਾਂ ਨੂੰ ਹੋਰ ਬੈਟਰ ਵੇ ਨਾਲ ਅਸੀਂ ਐਕਸਪਲੇਨ ਕਰਦੇ ਹਾਂ। ਤਾਂ ਉਹਦੇ 'ਚ ਅਸੀਂ ਐਕਸਪੈਰੀਮੈਂਟਸ ਤੇ ਆਬਜ਼ਰਵੇਸ਼ਨਸ ਕਰਦੇ ਹਾਂ। ਠੀਕ ਹੈ, ਦੈਨ ਡਿਵੈਲਪਮੈਂਟ ਆਫ ਡਿਵਾਈਸਿਸ ਯੂਜ਼ਿੰਗ ਲਾਜ਼ ਆਫ ਫਿਜ਼ਿਕਸ, ਆਪਾਂ ਨਵੀਆਂ ਡਿਵਾਈਸਿਸ ਡਿਵੈਲਪ ਕਰਦੇ ਹਾਂ ਜਿਨ੍ਹਾਂ 'ਚ ਲਾਜ਼ ਆਫ ਫਿਜ਼ਿਕਸ ਨੂੰ ਚਲਾਇਆ ਜਾਂਦਾ ਹੈ, ਉਹਨਾਂ ਦੇ ਬੇਸ ਦੇ ਉੱਪਰ ਆਪਾਂ ਨਵੀਆਂ ਡਿਵਾਈਸਿਸ ਜਿਹੜੀਆਂ ਉਹ ਫੋਰਮ ਕਰਦੇ ਹਾਂ। ਦੈਨ ਸਕੋਪ ਆਫ ਫਿਜ਼ਿਕਸ ਕੀ ਹੈ? ਫਿਜ਼ਿਕਸ ਦਾ ਜਿਹੜਾ ਸਕੋਪ ਹੈ ਦੈਟ ਇਜ਼ ਵੈਰੀ ਵਾਸਟ। ਵਾਸਟ ਦਾ ਮਤਲਬ ਹੁੰਦਾ ਬਹੁਤ ਵੱਡਾ, ਬਹੁਤ ਵੱਡੇ ਲੈਵਲ 'ਤੇ ਅਸੀਂ ਇਹਨੂੰ ਯੂਜ਼ ਕਰ ਸਕਦੇ ਹਾਂ, ਸਕੋਪ ਮਤਲਬ। ਠੀਕ ਹੈ, ਦੇਖੋ ਵਿਦ ਕੁਆਂਟੀਟੀਜ਼ ਦੀ ਅਸੀਂ ਗੱਲ ਕਰੀਏ ਜੇ, ਇਟ ਕਵਰਸ ਕੁਆਂਟੀਟੀਜ਼ ਵਿਦ ਲੈਂਥ ਮੈਗਨੀਚਿਊਡ ਆਫ ਹਾਇਰ ਦੈਨ 10 raised to the power 40 ਮੀਟਰ। ਜਦੋਂ ਅਸੀਂ ਯੂਨੀਵਰਸ ਦੀ ਗੱਲ ਕਰਦੇ ਹਾਂ, ਯੂਨੀਵਰਸ ਨੂੰ ਸਟੱਡੀ ਕਰਦੇ ਹਾਂ, ਤਾਂ ਜਿਹੜੇ ਡਿਸਟੈਂਸਿਸ ਹੈ ਦੇ ਆਰ ਵੈਰੀ ਲਾਰਜ, ਤਾਂ ਉੱਥੇ ਵੀ ਅਸੀਂ ਫਿਜ਼ਿਕਸ ਨੂੰ ਯੂਜ਼ ਕਰਦੇ ਹਾਂ। ਫਿਜ਼ਿਕਸ ਸਾਨੂੰ ਉੱਥੇ ਵੀ ਉਹਨਾਂ ਨੂੰ ਐਕਸਪਲੇਨ ਕਰਕੇ ਦੱਸਦੀ ਹੈ ਵੀ ਕਿਵੇਂ ਕੰਮ ਹੋ ਰਿਹਾ ਹੈ, ਗਲੈਕਸੀਜ਼ ਕਿਵੇਂ ਇੱਕ ਦੂਜੇ ਤੋਂ ਦੂਰ ਜਾ ਰਹੀਆਂ ਹੈ ਨਾ, ਇੱਕ ਗਲੈਕਸੀ ਵਿੱਚ ਜਿਹੜੇ ਸਟਾਰਸ ਹੈ ਉਹ ਉਹਨਾਂ ਵਿੱਚ ਕੀ ਰਿਲੇਸ਼ਨ ਹੈ, ਉਹਨਾਂ ਵਿੱਚ ਜਿਹੜੀ ਫੋਰਸ ਲੱਗ ਰਹੀ ਹੈ ਉਹ ਕਿਵੇਂ ਲੱਗ ਰਹੀ ਹੈ। ਠੀਕ ਹੈ, ਇਹ ਸਭ ਕੁਝ ਅਸੀਂ ਐਕਸਪਲੇਨ ਕਰਦੇ ਹਾਂ ਵਿਦ ਦਾ ਹੈਲਪ ਆਫ ਫਿਜ਼ਿਕਸ, ਵੇਅਰ ਦਾ ਡਿਸਟੈਂਸਿਸ
ਜਿਹੜੀ ਕੁਆਂਟੀਟੀਜ਼ ਹੈ ਉਹਦੀ ਲੈਂਥ ਹੈ ਦੇ ਆਰ ਵੈਰੀ ਲਾਰਜ। ਠੀਕ ਹੈ, ਉਸ ਤੋਂ ਬਾਅਦ ਅਸੀਂ ਉਸੇ ਫਿਜ਼ਿਕਸ ਨੂੰ ਯੂਜ਼ ਕਰਦੇ ਆ ਐਟਮਸ ਦੇ ਅੰਦਰ, ਜਿਹਦੇ 'ਚ ਇਲੈਕਟ੍ਰੋਨਸ ਹੈ, ਪ੍ਰੋਟੋਨਸ ਹੈ, ਨਿਊਟਰੋਨਸ ਹੈ, ਇੱਕ ਨਿਊਕਲੀਅਸ ਹੈ, ਤਾਂ ਅਸੀਂ ਉੱਥੇ ਵੀ ਇਹਨੂੰ ਯੂਜ਼ ਕਰਦੇ ਹਾਂ where the size is very less and the dimensions are about 10 raised to the power minus 14 meter। 10 raised to the minus 14 ਦਾ ਮਤਲਬ ਸਮਝਦੇ ਹੋ ਨਾ ਵੀ ਇੱਕ ਬਟੇ ਵਿੱਚ ਆਪਾਂ ਲਿਖਾਂਗੇ 1 ਅਪੋਨ, ਫਿਰ ਥੱਲੇ ਆਪਾਂ ਜੋ ਲਿਖਾਂਗੇ ਨਾ, ਜਿਵੇਂ ਆਪਾਂ 100 ਲਿਖਦੇ ਆ, 1000 ਲਿਖਦੇ ਆ, ਉੱਥੇ ਆਪਾਂ ਕੀ ਲਿਖਾਂਗੇ 1 ਦੇ ਨਾਲ 14 ਜ਼ੀਰੋਜ਼ ਲਾਵਾਂਗੇ ਬਟੇ ਵਿੱਚ ਥੱਲੇ ਡਿਨੋਮੀਨੇਸ਼ਨ 'ਚ। ਠੀਕ ਹੈ, ਤਾਂ ਇਹ ਕੁਆਂਟੀਟੀਜ਼ ਦੇ ਆਰ ਵੈਰੀ ਸਮਾਲ। ਔਰ ਜਿਹੜੀਆਂ ਪਹਿਲੇ ਆਪਾਂ ਯੂਨੀਵਰਸ ਦੀ ਗੱਲ ਕੀਤੀ ਹੈ ਜਿੱਥੇ ਅਸੀਂ ਉਹਨਾਂ ਨੂੰ ਯੂਜ਼ ਕਰਦੇ ਹਾਂ 10 raised to 40 ਮੀਟਰਸ, ਉਹ ਕੁਆਂਟੀਟੀਜ਼ ਵੈਰੀ ਲਾਰਜ। ਇਹਦਾ ਮਤਲਬ ਅਸੀਂ ਬਹੁਤ ਜ਼ਿਆਦਾ ਲੰਬੀਆਂ ਕੁਆਂਟੀਟੀਜ਼ ਤੋਂ ਬਹੁਤ ਸਮਾਲ ਕੁਆਂਟੀਟੀਜ਼ ਤੱਕ ਫਿਜ਼ਿਕਸ ਨੂੰ ਯੂਜ਼ ਕਰਦੇ ਹਾਂ। ਠੀਕ ਹੈ, ਸਿਮਿਲਰਲੀ ਰੇਂਜ ਆਫ ਟਾਈਮ ਸਕੇਲ goes from 10 raised to the power minus 22 ਸੈਕਿੰਡ, ਮਤਲਬ ਟਾਈਮ ਅਸੀਂ 10 raised to the power minus 22 ਸੈਕਿੰਡ ਟਾਈਮ ਤੋਂ ਲੈ ਕੇ 10 raised to the power 18 ਸੈਕਿੰਡ ਟਾਈਮ ਤੱਕ ਅਸੀਂ ਡੀਲ ਕਰਦੇ ਹਾਂ ਫਿਜ਼ਿਕਸ ਵਿੱਚ। ਸਿਮਿਲਰਲੀ ਮਾਸ ਲਈ ਜੋ ਅਸੀਂ ਡੀਲ ਕਰਦੇ ਹਾਂ 10 raised to the power minus 30 kg ਤੋਂ ਲੈ ਕੇ 10 raised to the power 55 ਕਿਲੋਗ੍ਰਾਮ ਤੱਕ ਅਸੀਂ ਡੀਲ ਕਰਦੇ ਹਾਂ। ਮਤਲਬ ਇਹ ਕੀ ਹੈ ਵੀ ਅਸੀਂ ਫਿਜ਼ਿਕਸ ਨੂੰ ਬਹੁਤ ਛੋਟੇ ਲੈਵਲ ਤੋਂ ਲੈ ਕੇ ਬਹੁਤ ਵੱਡੇ ਲੈਵਲ ਤੱਕ ਯੂਜ਼ ਕਰ ਰਹੇ ਹਾਂ। ਠੀਕ ਹੈ, ਤਾਂ ਉਸ ਤੋਂ ਬਾਅਦ ਆਪਾਂ ਇਹਨੂੰ ਦੋ ਪਾਰਟਸ, ਕਲਾਸੀਕਲ ਫਿਜ਼ਿਕਸ ਐਂਡ ਦੈਨ ਇੱਕ ਆਪਣੇ ਕੋਲ ਆਉਂਦਾ ਮੋਡਰਨ ਫਿਜ਼ਿਕਸ, ਦੋ ਪਾਰਟਸ ਅਸੀਂ ਇਹਨੂੰ ਡਿਵਾਈਡ ਕਰ ਸਕਦੇ ਹਾਂ। ਇੱਕ ਮੈਕਰੋਸਕੋਪਿਕ ਫਿਨੋਮਨਾਜ਼ ਹੁੰਦੇ ਆ, ਇੱਕ ਮਾਈਕਰੋਸਕੋਪਿਕ ਫਿਨੋਮਨਾਜ਼ ਹੁੰਦੇ ਆ। ਮੈਕਰੋਸਕੋਪਿਕ ਦਾ ਮਤਲਬ ਸਮਝਦੇ ਹੋ ਜਿਹੜੀਆਂ ਚੀਜ਼ਾਂ ਵੱਡੀਆਂ ਜਿਨ੍ਹਾਂ ਨੂੰ ਅਸੀਂ ਦੇਖ ਸਕਦੇ ਹਾਂ ਆਰਾਮ ਨਾਲ, ਉਹ ਮੈਕਰੋਸਕੋਪਿਕ ਹੈ। ਅਸੀਂ ਲੈਬ ਵਿੱਚ ਕੁਝ ਐਕਸਪੈਰੀਮੈਂਟ ਕਰਦੇ ਪਏ ਹਾਂ, ਉੱਥੇ ਅਸੀਂ ਜਿਹੜੇ ਇੰਸਟਰੂਮੈਂਟ ਯੂਜ਼ ਕਰਦੇ ਪਏ ਹਾਂ ਹੈ ਨਾ, ਉਹ ਮੈਕਰੋਸਕੋਪਿਕ ਹੋ ਸਕਦੇ ਆ। ਇੱਕ ਹੈ ਮਾਈਕਰੋਸਕੋਪਿਕ। ਮਾਈਕਰੋਸਕੋਪਿਕ ਫਿਨੋਮਨਾਜ਼ ਹੈ ਜਦੋਂ ਅਸੀਂ ਐਟਮਸ ਦੀ ਗੱਲ ਕਰਾਂਗੇ, ਮੋਲੀਕਿਊਲਸ ਦੀ ਗੱਲ ਕਰਾਂਗੇ, ਉਹ ਦੇ ਆਰ ਵੈਰੀ ਸਮਾਲ, ਅਸੀਂ ਉਹਨਾਂ ਨੂੰ ਦੇਖ ਨਹੀਂ ਸਕਦੇ। ਉੱਥੇ ਵੀ ਅਸੀਂ ਫਿਜ਼ਿਕਸ ਨੂੰ ਯੂਜ਼ ਕਰਦੇ ਪਏ ਹਾਂ, ਉੱਥੇ ਵੀ ਅਸੀਂ ਉਹਨਾਂ ਨੂੰ ਯੂਜ਼ ਕਰਦੇ ਪਏ ਹਾਂ ਹੈ ਨਾ। ਤਾਂ ਮਾਡਰਨ ਫਿਜ਼ਿਕਸ ਜਿਹੜੀ ਹੈ ਸਾਡੀ, ਉਹ ਮਾਈਕਰੋਸਕੋਪਿਕ ਫਿਨੋਮਨਾਜ਼ ਦੇ ਅੰਦਰ ਅਸੀਂ ਯੂਜ਼ ਕਰਦੇ ਹਾਂ। ਔਰ ਜਿਹੜੀ ਸਾਡੀ ਕਲਾਸੀਕਲ ਫਿਜ਼ਿਕਸ ਹੈ ਉਹ ਮੈਕਰੋਸਕੋਪਿਕ ਫਿਨੋਮਨਾਜ਼ ਦੇ ਨਾਲ ਅਸੀਂ ਉਹਨੂੰ ਯੂਜ਼ ਕਰਦੇ ਹਾਂ। ਇਜ਼ ਇਟ ਓਕੇ? ਇੰਨੀ ਗੱਲ ਸਮਝ ਲੱਗ ਗਈ? ਠੀਕ ਹੈ ਵੀ ਇਹ ਤੁਸੀਂ ਰਜੇ ਨੂੰ ਪੜ੍ਹਨਾ ਫਿਜ਼ਿਕਸ ਨੂੰ, ਵੀ ਸਾਇੰਸ ਕੀ ਹੈ, ਜਸਟ ਰੀਡ ਕਰਨਾ। ਜਿਹੜੇ ਮੇਨ ਪੁਆਇੰਟਸ ਹੈ ਜਿਹੜੇ ਮੈਂ ਤੁਹਾਨੂੰ ਆ ਕੀਤੇ ਆ, ਹਾਈਲਾਈਟ ਕੀਤੇ ਆ, ਇਹ ਚੀਜ਼ਾਂ ਯਾਦ ਕਰਨੀਆਂ ਥੋੜ੍ਹਾ, ਵੀ ਤੁਹਾਨੂੰ ਪਤਾ ਲੱਗ ਜੇ ਵੀ ਹਾਂ ਕੀ ਚੀਜ਼ ਹੈ ਨਾ। ਸਾਇੰਟੀਫਿਕ ਮੈਥਡ ਕੀ ਹੁੰਦਾ ਹੈ, ਸਾਇੰਸ ਕੀ ਹੁੰਦੀ ਹੈ ਨਾ, ਉਹਦੀਆਂ ਬ੍ਰਾਂਚਿਸ ਕਿਹੜੀਆਂ ਕਿਹੜੀਆਂ, ਜਿਵੇਂ ਆਪਣੇ ਕੋਲ ਆ ਚੀਜ਼ ਹੈ ਨੈਚੁਰਲ ਸਾਇੰਸ, ਫਿਜ਼ਿਕਸ ਹੈ, ਕੈਮਿਸਟਰੀ ਹੈ, ਬਾਇਓ ਹੈ। ਤੁਸੀਂ ਸਾਰੇ ਜਣੇ ਇਹਨਾਂ ਨੂੰ ਪੜ੍ਹ ਹੀ ਰਹੇ ਹੋ ਹੈ ਨਾ। ਜਿਹੜੇ ਮੈਡੀਕਲ ਵਾਲੇ ਆ ਉਹ ਤਿੰਨੋਂ ਨੂੰ ਪੜ੍ਹ ਰਹੇ ਆ, ਜਿਹੜੇ ਨੋਨ ਮੈਡੀਕਲ ਵਾਲੇ ਉਹ ਫਿਜ਼ਿਕਸ, ਕੈਮਿਸਟਰੀ ਅਤੇ ਆਪਾਂ ਮੈਥਸ ਨੂੰ ਪੜ੍ਹ ਰਹੇ ਹਾਂ। ਫਿਜ਼ਿਕਸ ਕੀ ਚੀਜ਼ ਹੈ ਉਹਦੇ ਬਾਰੇ ਆਪਾਂ ਨੂੰ ਪੜ੍ਹ ਲਿਆ। ਠੀਕ ਹੈ, ਫਿਰ ਇਹਦੇ ਇੰਪੈਕਟ ਐਂਡ ਯੂਜ਼ਿਸ, ਫਿਰ ਸਕੋਪ ਆਫ ਫਿਜ਼ਿਕਸ ਕੀ ਹੈ, ਮੈਕਰੋਸਕੋਪਿਕ ਮਾਈਕਰੋਸਕੋਪਿਕ ਫਿਨੋਮਨਾਸ ਜਿਹੜੇ ਹੁੰਦੇ ਆ ਉਹਨਾਂ ਨੂੰ ਕਿਵੇਂ ਅਸੀਂ ਡੀਲ ਕਰਦੇ ਹਾਂ, ਕਲਾਸੀਕਲ ਫਿਜ਼ਿਕਸ, ਮਾਡਰਨ ਫਿਜ਼ਿਕਸ ਵਿੱਚ ਅਸੀਂ ਇਹਨਾਂ ਨੂੰ ਯੂਜ਼ ਕਰਦੇ ਹਾਂ। ਅਤੇ ਸਾਰਾ ਤੁਸੀਂ ਇਹਨੂੰ ਰੀਡ ਕਰਨਾ ਧਿਆਨ ਨਾਲ। ਠੀਕ ਹੈ, ਇਹ ਚੀਜ਼ ਰੀਡ ਕਰਨ ਤੋਂ ਬਾਅਦ ਆਪਾਂ ਇੱਕ ਨਾ ਆਪਣੇ ਕੋਲ ਤੁਹਾਨੂੰ ਮੈਂ ਇੱਕ ਦਿਖਾਨਾ, ਅਤੇ ਤੁਸੀਂ ਉਹਨੂੰ ਧਿਆਨ ਨਾਲ ਦੇਖਣਾ ਹੈ ਅਤੇ ਧਿਆਨ ਨਾਲ ਸੁਣਨਾ ਹੈ। ਠੀਕ ਹੈ, ਫਿਰ ਆਪਾਂ ਇਹਦੇ ਬਾਰੇ ਗੱਲ ਕਰਦੇ ਹਾਂ। Physics is the branch of science that deals with the study of natural phenomena in terms of basic laws and physical quantities. The word physics is derived from the Greek word physis, meaning nature or a part of the natural environment. The scope of physics can be divided into two major domains, that are macroscopic and microscopic. The macroscopic domain deals with phenomena at laboratory, realistic, terrestrial, and astronomical scale, whereas the microscopic domain deals with molecular, atomic, and nuclear. The word physics is derived from the Greek word
ਬੇਟਾ ਆਹੀ ਗੱਲ ਆਪਾਂ ਕਰ ਰਹੇ ਸੀ, ਠੀਕ ਹੈ। ਇਹਦੇ 'ਚ ਆਪਾਂ ਕੀ ਗੱਲ ਕੀਤਾ ਸੀ ਹੁਣੇ, ਵੀ ਜਿਹੜਾ ਮੈਕਰੋਸਕੋਪਿਕ ਹੈ ਡੋਮੇਨ ਸਾਡਾ, ਮੈਕਰੋਸਕੋਪੀ ਮਤਲਬ ਜਿੱਥੇ ਵੱਡੀਆਂ ਚੀਜ਼ਾਂ, ਲੈਬੋਰਟਰੀ ਹੈ, ਰੀਅਲਿਸਟਿਕਸ ਹੈ ਹਨਾ, ਐਸਟਰੋਨੋਮਿਕਲ ਹੈ, ਐਦਾਂ ਕਰਕੇ ਜਿਹੜੀਆਂ ਚੀਜ਼ਾਂ ਸਾਨੂੰ ਦਿਖ ਰਹੀਆਂ, ਜਿਹੜੀਆਂ ਵੱਡੇ ਸਾਈਜ਼ 'ਚ ਜਦੋਂ ਅਸੀਂ ਯੂਜ਼ ਕਰਦੇ ਹਾਂ, ਦੈਟ ਇਜ਼ ਮੈਕਰੋਸਕੋਪਿਕ ਡੋਮੇਨ, ਠੀਕ ਹੈ। ਉੱਥੇ ਵੀ ਅਸੀਂ ਫਿਜ਼ਿਕਸ ਨੂੰ ਯੂਜ਼ ਕਰ ਰਹੇ ਹਾਂ। Whereas the microscopic domain deals with molecular, atomic, and nuclear phenomena. ਠੀਕ ਹੈ, ਤੇ ਐਵੇਂ ਜਿਹੜਾ ਫਿਰ ਮਾਈਕਰੋਸਕੋਪਿਕ ਡੋਮੇਨ ਹੈ ਉਹਦੇ ਅਸੀਂ ਮੋਲੀਕਿਊਲ ਦੇ ਅੰਦਰ, ਐਟਮ ਦੇ ਅੰਦਰ ਜਦੋਂ ਅਸੀਂ ਐਟੋਮਿਕ ਦੀ ਗੱਲ ਕਰਦੇ ਹਾਂ ਨਾ, ਤੇ ਐਵੇਂ ਨਿਊਕਲੀਅਰ, ਤਾਂ ਇਹਨਾਂ ਥਾਵਾਂ ਤੇ ਅਸੀਂ ਯੂਜ਼ ਕਰਾਂਗੇ ਤਾਂ ਦੈਟ ਇਜ਼ ਮਾਈਕਰੋਸਕੋਪਿਕ ਡੋਮੇਨ। ਓਕੇ। In our study of physics, we will look at macroscopic phenomena under classical physics that includes ਆਪਾਂ ਹੁਣੇ ਗੱਲ ਕੀਤੀ ਸੀ ਉੱਧਰ ਤੁਹਾਨੂੰ ਨੋਟਸ ਵਿੱਚ, ਕਲਾਸੀਕਲ ਫਿਜ਼ਿਕਸ ਵਿੱਚ ਅਸੀਂ ਮੈਕਰੋਸਕੋਪਿਕ ਫਿਨੋਮਨਾਸ ਦੀ ਗੱਲ ਕਰਦੇ ਹਾਂ, ਠੀਕ ਹੈ। ਜਿਵੇਂ ਅਸੀਂ ਮਕੈਨਿਕਸ ਦੀ ਗੱਲ ਕਰਾਂਗੇ, ਓਕੇ। ਤਾਂ mechanics, electrodynamics, optics, and thermodynamics. In physics, we attempt to explain various physical phenomena in terms of few concepts and laws. We see the physical world as manifestation of some universal laws in different domains and with the required conditions applicable as per the contexts. For example, the law of gravitation, which describes the motion of an apple detached from a tree. ਇਹ ਯਾਦ ਆ ਗਿਆ, ਲਾ ਆਫ ਗ੍ਰੈਵਿਟੇਸ਼ਨ ਨਿਊਟਨ ਦਾ ਤੁਸੀਂ ਪੜ੍ਹਿਆ ਹੋਏਗਾ ਆਪਣਾ ਇਨ ਲੋਅਰ ਕਲਾਸਿਸ, ਵੀ ਨਿਊਟਨ ਕਿਸੇ ਟਰੀ ਦੇ ਨੀਚੇ ਬੈਠੇ ਸੀ ਹਨਾ, ਤੇ ਉੱਪਰੋਂ ਇੱਕ ਐਪਲ ਗਿਰਦਾ ਹੈ, ਫਿਰ ਉਹਨਾਂ ਨੂੰ ਧਿਆਨ ਆਉਂਦਾ ਵੀ ਜਿਹੜਾ ਐਪਲ ਗਿਰਦਾ ਪਿਆ ਇਹ ਨੀਚੇ ਨੂੰ ਕਿਉਂ ਆਉਂਦਾ ਪਿਆ, ਵਾਈ ਇਟ ਇਜ਼ ਮੂਵਿੰਗ ਡਾਊਨਵਰਡ। ਮਤਲਬ ਐਪਲ ਜਦੋਂ ਤੁਹਾਨੂੰ ਸ਼ਾਇਦ ਲੱਗ ਰਿਹਾ ਹੋਊਗਾ ਵੀ ਥੱਲੇ ਹੀ ਗਿਰਨਾ ਸੀ, ਹੋਰ ਕਿੱਧਰ ਜਾਣਾ ਸੀ ਹਨਾ, ਪਰ ਨਹੀਂ, ਉਹਨਾਂ ਨੇ ਸੋਚਿਆ ਵੀ ਜਦੋਂ ਐਪਲ ਮੰਨ ਲਓ ਉੱਥੋਂ ਟੁੱਟ ਗਿਆ ਉਸ ਟਾਹਣੀ ਨਾਲੋਂ ਹਨਾ, ਫਿਰ ਉਹ ਕਿਸੇ ਵੀ ਸਾਈਡ ਤੇ ਜਾ ਸਕਦਾ ਸੀ ਨਾ, ਐਂ ਕਰਕੇ ਲੈਫਟ ਸਾਈਡ ਤੇ ਚੱਲੀ ਜਾਂਦਾ, ਰਾਈਟ ਸਾਈਡ ਵੱਲ ਜਾਈ ਜਾਂਦਾ, ਉੱਪਰ ਨੂੰ ਜਾ ਸਕਦਾ ਸੀ, ਵਾਈ ਇਟ ਇਜ਼ ਕਮਿੰਗ ਡਾਊਨਵਰਡ, ਠੀਕ ਹੈ। ਤਾਂ ਫਿਰ ਉਹਨਾਂ ਨੇ ਹੋਰ ਕਿਸੇ ਚੀਜ਼ ਨੂੰ ਐ ਨੀਚੇ ਮਤਲਬ ਪਕੜ ਕੇ ਛੱਡ ਕੇ ਦੇਖਿਆ, ਉਹ ਚੀਜ਼ ਵੀ ਨੀਚੇ ਨੂੰ ਆ ਰਹੀ ਹੈ, ਤਾਂ ਫਿਰ ਇਹ ਚੀਜ਼ ਪਤਾ ਚੱਲੀ ਉਹਨਾਂ ਨੂੰ ਵੀ ਕੁਝ ਐਦਾਂ ਦਾ ਹੈ, ਕੋਈ ਐਦਾਂ ਦੀ ਫੋਰਸ ਹੈ ਅਰਥ ਵਿੱਚ ਜਿਹੜੀ ਨੀਚੇ ਨੂੰ ਖਿੱਚ ਰਹੀ ਹੈ। ਉਥੋਂ ਗ੍ਰੈਵਿਟੀ ਦਾ ਪਤਾ ਚੱਲਿਆ ਵੀ ਗ੍ਰੈਵਿਟੀ ਹੁੰਦੀ, ਗ੍ਰੈਵਿਟੀ ਮੀਨਸ ਵੀ ਇੱਕ ਫੋਰਸ ਹੈ ਜਿਹੜੀ ਬੋਡੀ ਦੂਸਰੀ ਬੋਡੀ ਨੂੰ ਆਪਦੇ ਵੱਲ ਅਟਰੈਕਟ ਕਰ ਰਹੀ ਹੈ, ਠੀਕ ਹੈ। ਤਾਂ ਇਹਨਾਂ ਚੀਜ਼ਾਂ ਤੋਂ ਹੀ ਦੇਖੋ, ਇੱਕ ਛੋਟੇ ਜਿਹੇ ਫਿਨੋਮਨਾ ਤੋਂ ਉਹਨਾਂ ਨੇ ਕੁਝ ਲਾਜ਼ ਬਣਾਏ, ਲਾ ਆਫ ਗ੍ਰੈਵਿਟੇਸ਼ਨ ਬਣਾਤਾ, ਔਰ ਲਾ ਆਫ ਗ੍ਰੈਵਿਟੇਸ਼ਨ ਜਿਹੜਾ ਹੈ ਉਹ ਪੂਰੇ ਯੂਨੀਵਰਸ ਤੇ ਅਪਲਾਈ ਹੋ ਰਿਹਾ ਹੈ ਨਾ। ਮੂਨ ਹੈ ਤੇ ਅਰਥ ਹੈ, ਉਹਨਾਂ ਵਿੱਚ ਜਿਹੜੀ ਫੋਰਸ ਲੱਗ ਰਹੀ ਹੈ, ਅਸੀਂ ਉਹਨੂੰ ਵੀ ਉਸੇ ਨਾਲ ਗ੍ਰੈਵਿਟੇਸ਼ਨ ਲਾ ਨਾਲ ਅਸੀਂ ਡਿਸਕ੍ਰਾਈਬ ਕਰ ਪਾ ਰਹੇ ਹਾਂ, ਠੀਕ ਹੈ। ਸਿਮਿਲਰਲੀ ਮੰਨ ਲਓ ਦੂਸਰੇ ਪਲੈਨਟਸ ਹੈ ਤੇ ਸਨ ਹੈ, ਪੂਰਾ ਸੋਲਰ ਸਿਸਟਮ ਹੈ, ਸਿਮਿਲਰਲੀ ਡਿਫਰੈਂਟ ਗਲੈਕਸੀਜ਼ ਆਰ ਦੇਅਰ, ਗਲੈਕਸੀ ਦੇ ਅੰਦਰ ਡਿਫਰੈਂਟ ਸਟਾਰਸ ਆਰ ਦੇਅਰ, ਉਹਨਾਂ ਜਿਹੜੀ ਫੋਰਸ ਲੱਗ ਰਹੀ ਹੈ ਉਹ ਫੋਰਸ ਨੂੰ ਅਸੀਂ ਡਿਸਕ੍ਰਾਈਬ ਕਰ ਸਕਦੇ ਹਾਂ ਬਾਈ ਯੂਜ਼ਿੰਗ ਦਿਸ ਲਾ ਆਫ ਗ੍ਰੈਵਿਟੇਸ਼ਨ, ਠੀਕ ਹੈ। ਦੈਟ ਮੀਨਸ ਵੀ ਜਦੋਂ ਅਸੀਂ ਇੱਕ ਛੋਟੀ ਜਿਹੀ ਚੀਜ਼ ਨੂੰ ਲੱਭਦੇ ਹਾਂ ਤਾਂ ਉਸ ਤੋਂ ਬਾਅਦ ਅਸੀਂ ਉਹਨੂੰ ਵੱਡੀ ਜਿਹੜੇ ਕਨਸੈਪਟਸ ਹੈ ਉਹਨਾਂ ਨੂੰ ਵੀ ਅਸੀਂ ਉਹਦੇ ਹੈਲਪ ਨਾਲ ਐਕਸਪਲੇਨ ਕਰ ਸਕਦੇ ਹਾਂ, ਠੀਕ ਹੈ। ਦਿਸ ਇਜ਼ ਫਿਜ਼ਿਕਸ which eventually forms to be Earth, also explains the nature of the forces between Earth and the Moon, and also the force that bounds the planets in the solar system in their orbits and keep them in motion in their paths. Thus, we derive the properties of bigger or more complex system from the properties or interaction of the simpler parts or constituents of the system. This approach is called reductionism and helps in understanding the properties of complex systems in physics
like functioning of satellites, etc. Physics is closely connected to technology and society. Most of the modern technologies are contributions from the realm of physics and work on one or the other scientific principle. ਇੱਥੇ ਬੇਟਾ ਕੁਝ ਆਪਾਂ ਨੂੰ ਨਾ ਟੈਕਨੋਲੋਜੀ ਤੇ ਸਾਇੰਟੀਫਿਕ ਪ੍ਰਿੰਸੀਪਲਸ ਦਿੱਤੇ ਹੋਏ ਆ। ਟੈਕਨੋਲੋਜੀ ਮੀਨਸ ਕੀ ਹੁੰਦਾ ਵੀ ਆਪਾਂ ਕੋਈ ਚੀਜ਼ ਬਣਾ ਲਈ ਹੈ ਨਾ, ਇੱਕ ਚੀਜ਼ ਤੁਸੀਂ ਬਣਾ ਲਈ, ਇੱਕ ਚੀਜ਼ ਮੰਨ ਲਓ ਇੱਕ ਐਰੋਪਲੇਨ ਕਿਸੇ ਨੇ ਬਣਾ ਲਿਆ ਹੈ ਨਾ, ਤੁਸੀਂ ਇੱਕ ਬਲਬ ਬਣਾ ਲਿਆ, ਕੁਝ ਵੀ ਕਿਸੇ ਨੇ ਟੀਵੀ ਬਣਾ ਲਿਆ, ਕਿਸੇ ਨੇ ਟੈਲੀਫੋਨ ਬਣਾ ਲਿਆ। ਉਹ ਬਣਾਉਣ ਤੋਂ ਬਾਅਦ ਜਦੋਂ ਉਹਨੂੰ ਮਾਸ ਲੈਵਲ ਦੇ ਉੱਪਰ ਮਤਲਬ ਸਾਰੇ ਲੋਕ, ਜ਼ਿਆਦਾ ਲੋਕ ਉਹਨੂੰ ਯੂਜ਼ ਕਰਨਾ ਸ਼ੁਰੂ ਕਰਦੇ ਆ, ਉਹਨੂੰ ਅਸੀਂ ਬੋਲਦੇ ਆ ਟੈਕਨੋਲੋਜੀ। ਠੀਕ ਹੈ। ਸਟੀਮ ਇੰਜਨ ਤੁਹਾਨੂੰ ਪਤਾ ਹੀ ਹੈ, ਪਹਿਲੇ ਟ੍ਰੇਨ ਜਿਹੜੀਆਂ ਚੱਲਦੀਆਂ ਸੀ, ਉਹ ਜਿਹੜਾ ਇੰਜਨ ਹੁੰਦਾ ਸੀ ਉਹ ਸਟੀਮ ਇੰਜਨ ਹੁੰਦਾ ਸੀਗਾ। ਬਹੁਤ ਸਾਰੇ ਇੰਡਸਟਰੀਜ਼ ਦੇ ਅੰਦਰ ਅਸੀਂ ਸਟੀਮ ਇੰਜਨ ਨੂੰ ਯੂਜ਼ ਕਰਦੇ ਸੀ। ਠੀਕ ਹੈ। ਤਾਂ ਉਹਨੂੰ ਅਸੀਂ ਮਾਸ ਲੈਵਲ ਦੇ ਉੱਪਰ ਯੂਜ਼ ਕੀਤਾ, ਦੈਟ ਬਿਕਮ ਟੈਕਨੋਲੋਜੀ। ਸਿਮਿਲਰਲੀ ਕੰਪਿਊਟਰਸ ਬਣਾਏ ਅਸੀਂ, ਉਸ ਤੋਂ ਬਾਅਦ ਉਹਨੂੰ ਹੁਣ ਅਸੀਂ ਹਰ ਜਗ੍ਹਾ ਤੇ ਯੂਜ਼ ਕਰ ਰਹੇ ਹਾਂ, ਦੈਟ ਇਜ਼ ਟੈਕਨੋਲੋਜੀ। ਜਦੋਂ ਜ਼ਿਆਦਾ ਲੋਕ ਕਿਸੇ ਚੀਜ਼ ਨੂੰ ਯੂਜ਼ ਕਰ ਰਹੇ ਆ, ਦੈਟ ਇਜ਼ ਟੈਕਨੋਲੋਜੀ, ਤਾਂ ਕਿ ਸਾਰਿਆਂ ਦਾ ਫਾਇਦਾ ਹੋਵੇ। ਠੀਕ ਹੈ। ਤੇ ਉਹਦੇ ਪਿੱਛੇ ਕਿਹੜੇ ਕਿਹੜੇ ਸਾਇੰਟੀਫਿਕ ਪ੍ਰਿੰਸੀਪਲਸ ਹੈ, ਸਟੀਮ ਇੰਜਨ ਦੇ ਪਿੱਛੇ ਕੀ ਲਾ ਹੈ, ਕਿਹੜਾ ਪ੍ਰਿੰਸੀਪਲ ਹੈ, ਕਿਸ ਬੇਸ ਦੇ ਉੱਤੇ ਉਹ ਕੰਮ ਕਰਦਾ ਹੈ। ਠੀਕ ਹੈ। ਉਹ ਸਾਰੇ ਕਨਸੈਪਟਸ ਇੱਥੇ ਦਿੱਤੇ ਹੋਏ ਆ, ਤੁਸੀਂ ਇੱਥੋਂ ਰੀਡ ਕਰ ਸਕਦੇ ਹੋ ਧਿਆਨ ਨਾਲ ਵੀ ਕਿਹੜੇ ਕਿਹੜੇ ਪ੍ਰਿੰਸੀਪਲਸ ਹੈ ਔਰ ਉਹਨਾਂ ਦੇ ਪਿੱਛੇ ਕਿਹੜੇ ਕਿਹੜੇ ਰੂਲਸ ਹੈ ਜਾਂ ਕਿਹੜੇ ਕਿਹੜੇ ਲਾਜ਼ ਹੈ। ਮੇ ਬੀ ਕੁਝ ਚੀਜ਼ਾਂ ਹਜੇ ਤੁਹਾਨੂੰ ਨਾ ਪਤਾ ਹੋਣਗੀਆਂ, ਬਿਕੋਜ਼ ਯੂ ਆਰ ਇਨ ਵੈਰੀ ਇਨੀਸ਼ੀਅਲ ਸਟੇਜ। ਠੀਕ ਹੈ। ਆਪਾਂ ਜੇ 11th ਕਲਾਸ ਦੇ, ਤੁਸੀਂ ਬੜੇ ਇਨੀਸ਼ੀਅਲ ਸਟੇਜ ਤੇ ਹੋ, ਕੁਝ ਲਾਜ਼ ਕੁਝ ਚੀਜ਼ਾਂ ਹੋ ਸਕਦਾ ਤੁਹਾਨੂੰ ਪਤਾ ਨਾ ਹੋਣ। ਜਸਟ ਰੀਡ ਦੈਮ, ਉਹਨਾਂ ਨੂੰ ਪੜ੍ਹ ਲਓ। ਜਿਵੇਂ ਜਿਵੇਂ ਅੱਗੇ ਤੁਸੀਂ ਅੱਗੇ ਸਿਲੇਬਸ ਪੜ੍ਹੋਗੇ ਤਾਂ ਉਹ ਚੀਜ਼ਾਂ ਆਉਣਗੀਆਂ। ਠੀਕ ਹੈ। ਜਦੋਂ ਉਹ ਚੀਜ਼ਾਂ ਆਉਣਗੀਆਂ ਤਾਂ ਫਿਰ ਆਪਾਂ ਨੂੰ ਹੌਲੀ ਹੌਲੀ ਪਤਾ ਚੱਲ ਜਾਏਗਾ ਵੀ ਆਹ ਕਨਸੈਪਟਸ ਆਹ ਵਾਲਾ ਹੁੰਦਾ। ਹੁਣ ਹਜੇ ਆਪਾਂ ਇੱਕੋ ਟਾਈਮ ਤੇ ਸਾਰੀਆਂ ਚੀਜ਼ਾਂ ਨੂੰ ਐਕਸਪਲੇਨ ਨਹੀਂ ਕਰ ਪਾਵਾਂਗੇ ਇੱਥੇ। ਠੀਕ ਹੈ। ਜਿਵੇਂ ਐਰੋਪਲੇਨ ਹੈ, ਬਰਨੌਲੀਜ਼ ਥਿਊਰਮ ਹੈ, ਬਰਨੌਲੀਜ਼ ਪ੍ਰਿੰਸੀਪਲ ਦੇ ਉੱਪਰ ਬੇਸਡ ਹੈ, ਕਿਵੇਂ ਕੰਮ ਕਰਦਾ, ਉਹ ਕਿਵੇਂ ਉੱਡਦਾ ਉੱਪਰ ਨੂੰ। ਠੀਕ ਹੈ। ਉਹ ਆਪਾਂ ਜਦੋਂ ਇਹਨੂੰ ਪੜਾਂਗੇ ਨੈਕਸਟ ਚੈਪਟਰਸ ਵਿੱਚ ਤੁਹਾਡੇ ਆਏਗਾ, ਫਿਰ ਤੁਹਾਨੂੰ ਕਲੀਅਰ ਹੋ ਜਾਏਗਾ। ਆਪਟੀਕਲ ਫਾਈਬਰਸ ਹੈ, ਜਿਵੇਂ ਟੋਟਲ ਇੰਟਰਨਲ ਰਿਫਲੈਕਸ਼ਨ ਆਫ ਲਾਈਟ ਦੇ ਨਾਲ ਰਿਲੇਟਡ ਹੈ ਵੀ ਇਹ ਇਹਦਾ ਪ੍ਰਿੰਸੀਪਲ ਹੈ, ਟੋਟਲ ਇੰਟਰਨਲ ਰਿਫਲੈਕਸ਼ਨ ਆਫ ਲਾਈਟ। ਇਹ ਆਪਾਂ ਆਪਟਿਕਸ 'ਚ ਪੜਾਂਗੇ ਜਦੋਂ, ਫਿਰ ਤੁਹਾਨੂੰ ਕਲੀਅਰ ਹੋਏਗਾ। ਠੀਕ ਹੈ। ਸਿਮਿਲਰਲੀ ਕੰਪਿਊਟਰ ਹੈ, ਉਹ ਡਿਜੀਟਲ ਲੌਜਿਕ, ਆਪਣੇ ਕੋਲ ਗੇਟਸ ਹੁੰਦੇ ਆ, ਉਹਨਾਂ ਦੇ ਬੇਸ ਦੇ ਉੱਤੇ ਕੰਮ ਕਰਦਾ ਹੈ। ਰੋਕੇਟਸ ਹੈ ਜਿਹੜੇ ਨਿਊਟਨਸ ਲਾ ਆਫ ਮੋਸ਼ਨਸ ਦੇ ਉੱਪਰ ਕੰਮ ਕਰਦੇ ਆ। ਤਾਂ ਇਹ ਸਭ ਕੁਝ ਆਪਾਂ ਪੜਾਂਗੇ। ਠੀਕ ਹੈ। ਤਾਂ ਇਹ ਚੀਜ਼ ਦਾ ਤੁਸੀਂ ਇੱਕ ਵਾਰੀ ਇਹਨੂੰ ਪੜ੍ਹਨਾ ਹੈ, ਇੱਥੋਂ ਧਿਆਨ ਨਾਲ ਦੇਖੋ, ਜਸਟ ਲਰਨ ਕਰੋ। ਜਿਹੜੀ ਗੱਲ ਤੁਹਾਨੂੰ ਪਤਾ ਹੈ ਇਟਸ ਓਕੇ, ਜਿਹੜਾ ਨਹੀਂ ਪਤਾ ਉਹਨੂੰ ਇੱਕ ਵਾਰੀ ਲਰਨ ਕਰੋ, ਫਿਰ ਆਪਾਂ ਅੱਗੇ ਅੱਗੇ ਜਿਵੇਂ ਜਿਵੇਂ ਅੱਗੇ ਤੁਹਾਡਾ ਸਿਲੇਬਸ ਚੱਲੇਗਾ ਉਵੇਂ ਉਵੇਂ ਚੀਜ਼ਾਂ ਤੁਹਾਨੂੰ ਸਮਝ ਆਉਣਗੀਆਂ। Here are some of such technologies. These contributions came from all over the world. Here is a list of some notable physicists. These contributions came through ਸਿਮਿਲਰਲੀ ਬੇਟਾ ਇਹ ਜੋ ਤੁਸੀਂ ਹੁਣ ਸਕਰੀਨ ਦੇ ਉੱਪਰ ਦੇਖ ਰਹੇ ਹੋ, ਇਹ ਆਪਣੇ ਕੋਲ ਜਿਹੜੇ ਫਿਜ਼ਿਸਟ ਹੈ, ਜਿਹੜੇ ਸਾਇੰਟਿਸਟ ਫਿਜ਼ਿਕਸ ਦੇ ਨੇ, ਫਿਜ਼ਿਕਸ ਵਿੱਚ ਜਿਨ੍ਹਾਂ ਨੇ ਆਪਣੀ ਮਹਾਰਤ ਹਾਸਲ ਕੀਤੀ ਹੈ, ਉਹਨਾਂ ਦੇ ਨੇਮਸ ਹੈ, ਉਹਨਾਂ ਨੇ ਕਿਹੜੀ ਕੰਟਰੀਬਿਊਸ਼ਨ ਕੀਤੀ ਹੈ ਜਾਂ ਕੀ ਡਿਸਕਵਰੀ ਕੀਤੀ ਹੈ ਉਹਦੇ ਬਾਰੇ ਦੱਸਿਆ, ਤੇ ਕੰਟਰੀ ਆਫ ਓਰੀਜਨ ਵੀ ਉਹ ਕਿਸ ਕੰਟਰੀ ਨੂੰ ਬਿਲੋਂਗ ਕਰਦੇ ਸੀ। ਜਿਵੇਂ ਆਪਣੇ ਜੇ.ਸੀ. ਬੋਸ ਨੇ, ਉਹ ਇੰਡੀਆ ਤੋਂ ਬਿਲੋਂਗ ਕਰਦੇ ਆ, ਸੀ.ਵੀ. ਰਮਨ ਨੇ, ਉਹ ਇੰਡੀਆ ਤੋਂ ਬਿਲੋਂਗ ਕਰਦੇ ਆ। ਠੀਕ ਹੈ। ਤਾਂ ਡਿਫਰੈਂਟ ਸਾਇੰਟਿਸਟ ਨੇ, ਜਿਵੇਂ ਨਿਊਟਨ ਨੇ, ਠੀਕ ਹੈ, ਲਾ ਆਫ ਮੋਸ਼ਨ ਉਹਨੇ ਦੱਸਿਆ ਯੂਕੇ ਤੋਂ ਬਿਲੋਂਗ ਕਰਦੇ ਆ। ਗਲੈਲੀਓ ਨੇ ਲਾ ਆਫ ਇਨਰਸ਼ੀਆ ਦੱਸਿਆ, ਇਟਲੀ ਤੋਂ ਬਿਲੋਂਗ ਕਰਦੇ ਆ। ਤਾਂ ਡਿਫਰੈਂਟ ਸਾਇੰਟਿਸਟ ਸਾਡੇ ਜਿਹੜੇ ਨੇ, ਖਾਸ ਕਰਕੇ ਜਿਹੜੇ ਫਿਜ਼ਿਕਸ ਨਾਲ ਰਿਲੇਟਡ ਨੇ, ਉਹਨਾਂ ਦੇ ਨੇਮਸ ਹੈ, ਤੁਸੀਂ ਇੱਥੋਂ ਰੀਡ ਕਰ ਸਕਦੇ ਹੋ ਇਹਨਾਂ ਦੇ ਨਾਮ। ਉਹਨਾਂ ਨੇ ਕੀ ਕੀ ਕੰਟਰੀਬਿਊਟ ਕੀਤਾ ਹੈ, ਕਿਹੜੇ ਲਾਜ਼ ਦੱਸੇ ਹੈ, ਔਰ ਉਹਨਾਂ ਦਾ ਕਿਹੜਾ ਕੰਟਰੀ ਸੀ। ਠੀਕ ਹੈ। ਇਹਦੇ ਬਾਰੇ ਤੁਹਾਡੀ ਬੁੱਕ ਵਿੱਚ ਵੀ ਦਿੱਤਾ ਹੈ ਟੌਪਿਕ, ਤੁਸੀਂ ਉੱਥੋਂ ਵੀ ਰੀਡ ਕਰ ਸਕਦੇ ਹੋ, ਨੋ ਇਸ਼ੂ, ਜਿੱਥੋਂ ਮਰਜ਼ੀ ਪੜ੍ਹ ਲਓ, ਯੂ ਵਿਲ ਬੀ ਗੈਟਿੰਗ ਦਾ ਸੇਮ ਥਿੰਗਸ। ਓਕੇ। observations, experimentation or analysis of natural phenomena
science gave us the knowledge of fundamental forces in nature and physical laws. There are four fundamental forces in nature, and all other forces we know are derived from these forces. बेटा अपने कोल चार फंडामेंटल फोर्सेस है नेचर ਵਿੱਚ ਔਰ ਬਾਕੀ ਦੀਆਂ ਜਿਹੜੀਆਂ ਫੋਰਸਿਸ ਹੈ ਉਹ ਇਹਨਾਂ ਤੋਂ ਆਪਾਂ ਡਰਾਈਵ ਕੀਤੀਆਂ ਉਹ ਫੋਰਸਿਸ ਕਿਹੜੀਆਂ ਪਹਿਲਾ ਹੈਗਾ ਗ੍ਰੈਵਿਟੇਸ਼ਨਲ ਫੋਰਸ ਗ੍ਰੈਵਿਟੇਸ਼ਨਲ ਫੋਰਸ ਹੁੰਦੀ ਹੈ ਕਿਸੇ ਵੀ ਦੋ ਬੋਡੀਜ਼ ਵਿੱਚ ਕੋਈ ਵੀ ਦੋ ਬੋਡੀਜ਼ ਹੈ ਨਾ ਉਹ ਇੱਕ ਦੂਜੇ ਨੂੰ ਅਟਰੈਕਟ ਕਰਦੀਆਂ ਵਿਦ ਅ ਫੋਰਸ ਠੀਕ ਹੈ ਉਸ ਫੋਰਸ ਨੂੰ ਆਪਾਂ ਬੋਲਦੇ ਹਾਂ ਗ੍ਰੈਵਿਟੇਸ਼ਨਲ ਫੋਰਸ ਵੀ ਹੈਵ ਫਾਰਮੂਲਾਜ਼ ਆਪਾਂ ਕੈਲਕੂਲੇਟ ਕਰ ਸਕਦੇ ਹਾਂ ਕਿ ਕੋਈ ਵੀ ਦੋ ਬੋਡੀਜ਼ ਹੈ ਉਹ ਕਿੰਨੀ ਫੋਰਸ ਨਾਲ ਅਟਰੈਕਟ ਕਰਨਗੀਆਂ ਉਹ ਆਪਣੇ ਕੋਲ ਫਾਰਮੂਲਾਜ਼ ਆਪਾਂ ਇਹਨੂੰ ਡਰਾਈਵ ਕਰਾਂਗੇ ਤਾਂ ਉਸ ਫਾਰਮੂਲਾ ਦੇ ਵਿੱਚ ਆਪਾਂ ਵੈਲਿਊਜ਼ ਨੂੰ ਪੁੱਟ ਅਪ ਕਰਕੇ ਆਪਾਂ ਦੱਸ ਦਿਆਂਗੇ ਵੀ ਇੰਨੀ ਫੋਰਸ ਲੱਗੂਗੀ ਦੂਸਰਾ ਆਪਣੇ ਕੋਲ ਆਂਦਾ ਹੈ ਇਲੈਕਟ੍ਰੋਮੈਗਨੈਟਿਕ ਫੋਰਸ ਇਲੈਕਟ੍ਰੋਮੈਗਨੈਟਿਕ ਵੀ ਇਲੈਕਟ੍ਰਿਕ ਤੇ ਮੈਗਨੈਟਿਕ ਇਲੈਕਟ੍ਰਿਸਿਟੀ ਪਾਸ ਕਰਨ ਨਾਲ ਮੈਗਨੈਟਿਕ ਫੀਲਡ ਜਨਰੇਟ ਹੁੰਦੀ ਹੈ ਇਲੈਕਟ੍ਰੋਮੈਗਨੈਟਿਕ ਫੋਰਸਿਸ ਹੈ ਸਿਮਿਲਰਲੀ ਆਪਣੇ ਕੋਲ ਹੈ ਵੀਕ ਨਿਊਕਲੀਅਰ ਫੋਰਸਿਸ ਵੀਕ ਨਿਊਕਲੀਅਰ ਫੋਰਸਿਸ ਦਾ ਮਤਲਬ ਹੈ ਵੀ ਨਿਊਕਲੀਅਰ ਫੋਰਸਿਸ ਜਿਹੜੀ ਨਿਊਕਲੀਅਸ ਦੇ ਵਿੱਚ ਲੱਗ ਰਹੀਆਂ ਦੋ ਐਟਮਸ ਹੈ ਕੋਈ ਮੋਲੀਕਿਊਲ ਹੈ ਉਹਦੇ ਐਟਮਸ ਹੈ ਠੀਕ ਹੈ ਉਹਨਾਂ ਵਿੱਚ ਫੋਰਸਿਸ ਲੱਗ ਰਹੀਆਂ ਬਟ ਥੀਸ ਆਰ ਵੀਕ ਇੱਕ ਹੈ ਸਟਰੋਂਗ ਨਿਊਕਲੀਅਰ ਫੋਰਸਿਸ ਚੌਥੇ ਨੰਬਰ ਵਾਲੀਆਂ ਸਟਰੋਂਗ ਨਿਊਕਲੀਅਰ ਫੋਰਸਿਸ ਨਿਊਕਲੀਅਸ ਦੇ ਅੰਦਰ ਹੀ ਕੰਮ ਕਰਦੀਆਂ ਤੁਹਾਨੂੰ ਪਤਾ ਹੈ ਕਿ ਐਟਮ ਹੁੰਦਾ ਐਟਮ ਦੇ ਵਿਚਾਲੇ ਇੱਕ ਨਿਊਕਲੀਅਸ ਹੁੰਦਾ ਉਸ ਨਿਊਕਲੀਅਸ ਦੇ ਅੰਦਰ ਪ੍ਰੋਟੋਨਸ ਔਰ ਨਿਊਟਰੋਨਸ ਹੁੰਦੇ ਔਰ ਉਹ ਜਿਹੜੇ ਪ੍ਰੋਟੋਨਸ ਔਰ ਨਿਊਟਰੋਨਸ ਹੈ ਉਹ ਦੇ ਆਰ ਬਾਈਂਡ ਟੂਗੇਦਰ ਵਿਦ ਅ ਫੋਰਸ ਉਹ ਉਸ ਜਗ੍ਹਾ ਦੇ ਉੱਪਰ ਬਾਉਂਡ ਹੈ ਸਾਰੇ ਭੱਜਦੇ ਨਹੀਂ ਇੱਧਰ ਉੱਧਰ ਕਿਉਂਕਿ ਅਦਰਵਾਈਜ਼ ਤਾਂ ਪ੍ਰੋਟੋਨ ਤੇ ਪ੍ਰੋਟੋਨ ਦੋਨਾਂ ਉੱਪਰ ਪੋਜ਼ਿਟਿਵ ਚਾਰਜ ਹੈ ਦੇ ਸ਼ੁੱਡ ਰਿਪੈਲ ਈਚ ਅਦਰ ਤਾਂ ਪ੍ਰੋਟੋਨ ਦੂਰ ਚਲੇ ਜਾਣੇ ਚਾਹੀਦੇ ਆ ਨਿਊਟਰੋਨ ਤੇ ਵਿਚਾਰਿਆਂ ਤੇ ਕੋਈ ਚਾਰਜ ਹੀ ਹੈ ਨਹੀਂ ਤਾਂ ਇਹ ਅਟਰੈਕਟ ਕਿਵੇਂ ਹੈਗੇ ਆ ਸਾਰੇ ਇਕੱਠੇ ਕਿਵੇਂ ਰਹਿ ਰਹੇ ਨਿਊਕਲੀਅਸ ਦੇ ਅੰਦਰ ਤਾਂ ਉਦੋਂ ਇੱਕ ਫੋਰਸ ਹੈ ਉਹਨਾਂ ਵਿੱਚ ਜਿਹਨੂੰ ਅਸੀਂ ਬੋਲਦੇ ਹਾਂ ਸਟਰੋਂਗ ਨਿਊਕਲੀਅਰ ਫੋਰਸ ਤਾਂ ਇਹ ਚਾਰ ਬੇਸਿਕ ਸਾਡੀਆਂ ਫੋਰਸਿਸ ਹੈ ਜਿਨ੍ਹਾਂ ਨੂੰ ਅਸੀਂ ਬੋਲਦੇ ਹਾਂ ਫੰਡਾਮੈਂਟਲ ਫੋਰਸਿਸ ਇਨ ਨੇਚਰ ਠੀਕ ਹੈ ਤਾਂ ਇਹ ਚਾਰ ਫੋਰਸਿਸ ਹੈ ਬਾਕੀ ਫਿਰ ਜਿਹੜੀਆਂ ਫੋਰਸਿਸ ਹੈ ਉਹ ਅਸੀਂ ਇਹਨਾਂ ਤੋਂ ਅੱਗੇ ਡਰਾਈਵ ਕੀਤੀਆਂ ਹੋਈਆਂ ਓਕੇ ਦੇਖੋ ਧਿਆਨ ਨਾਲ ਇਹਨੂੰ These fundamental forces are gravitational force, electromagnetic force, weak nuclear force, and strong nuclear force. The gravitational force is the force of mutual attraction between any two objects by virtue of their masses. It is a universal force, meaning all objects in the universe exert a gravitational force on each other. We are able to stand or walk due to Earth's gravitational force exerted on us by the Earth. Electromagnetic force is the force between two charged particles. Like charged particles repel each other, and unlike charged particles attract. Like gravitational force, electromagnetic force is also universal and can act over very large distances. We do not usually encounter this force on Earth, as most of the matter around us is electrically neutral. Hence, of the two forces, gravitational forces dominate all terrestrial phenomena. An atom consists of three subatomic particles, namely electron, proton, and neutron. The force that binds protons and neutrons is the strong nuclear force. Weak nuclear force comes into existence in case of beta decay of a nucleus. In beta decay, the nucleus emits an electron and an uncharged particle called neutrino. The table shows the relative strength and range of all the four fundamental forces of nature. ਬੇਟਾ ਇਸ ਟੇਬਲ ਵਿੱਚ ਆਪਣੇ ਕੋਲ ਜਿਹੜੀਆਂ ਡਿਫਰੈਂਟ ਫੋਰਸਿਸ ਹੈ ਨਾ ਜਿਹੜੀਆਂ ਆਪਾਂ ਚਾਰ ਫੋਰਸਿਸ ਦੀ ਗੱਲ ਕੀਤੀ ਹੈ
ਉਹਨਾਂ ਦੀ ਸਟਰੈਂਥ ਕਿੰਨੀ ਹੈ, ਉਹਨਾਂ ਦੀ ਰੇਂਜ ਕੀ ਹੈ, ਔਰ ਉਹ ਕਿੱਥੇ ਕੰਮ ਕਰਦੀਆਂ, ਉਹਨਾਂ ਬਾਰੇ ਦੱਸਿਆ। ਜਿਵੇਂ ਗ੍ਰੈਵਿਟੇਸ਼ਨਲ ਫੋਰਸ ਹੈ, ਠੀਕ ਹੈ, ਦਿਸ ਇਜ਼ 10 raised to the power minus 39 ਇਹਦੀ ਸਟਰੈਂਥ ਹੈ। ਮਤਲਬ ਕਿਵੇਂ, ਜਿਹੜੀ ਸਟਰੋਂਗ ਨਿਊਕਲੀਅਰ ਫੋਰਸ ਹੈ ਉਹਨੂੰ ਆਪਾਂ ਸਟਰੈਂਥ 1 ਸਪੋਜ਼ ਕੀਤਾ ਹੈ। ਜੇ ਆਪਾਂ ਉਹਦੇ ਕੰਪੈਰੇਟਿਵਲੀ ਗੱਲ ਕਰਦੇ ਹਾਂ, ਸਟਰੋਂਗ ਜਿਹੜੀ ਨਿਊਕਲੀਅਰ ਫੋਰਸ ਹੈ ਉਹ ਸਭ ਤੋਂ ਜ਼ਿਆਦਾ ਸਟਰੋਂਗ ਹੈ, ਠੀਕ ਹੈ, ਉਹਦੀ ਵੈਲਿਊ ਨੂੰ ਆਪਾਂ 1 ਮੰਨਿਆ, ਉਹਦੇ ਹਿਸਾਬ ਨਾਲ ਜਿਹੜੀ ਗ੍ਰੈਵਿਟੇਸ਼ਨਲ ਫੋਰਸ ਹੈ ਉਹ 10 raised to the power minus 39 ਟਾਈਮਸ ਹੈ ਉਹਦੀ ਸਟਰੈਂਥ। ਮਤਲਬ ਉਹਦੇ ਤੋਂ ਬਹੁਤ ਜ਼ਿਆਦਾ ਵੀਕ ਹੈ। ਆਪਾਂ ਜੇ ਇਹਦੇ ਰਿਵਰਸ ਗੱਲ ਕਰੀਏ ਵੀ ਨਿਊਕਲੀਅਰ ਫੋਰਸ ਨੂੰ ਜੇ ਆਪਾਂ 1 ਮੰਨ ਲੈਂਦੇ ਤੇ ਫਿਰ ਸਾਡੀ ਜਿਹੜੀ ਗ੍ਰੈਵਿਟੇਸ਼ਨਲ ਫੋਰਸ ਨੂੰ ਅਸੀਂ ਜੇ ਵੈਲਿਊ 1 ਮੰਨ ਲੈਂਦੇ, ਫਿਰ ਸਟਰੋਂਗ ਨਿਊਕਲੀਅਰ ਫੋਰਸ ਦੀ ਵੈਲਿਊ 10 raised to the power 39 ਆਇਆ ਨਹੀਂ ਸੀ, ਠੀਕ ਹੈ। ਮਤਲਬ ਜਿੰਨੀ ਸਾਡੀ ਅਰਥ ਤੇ ਸਾਡੇ ਵਿੱਚ ਫੋਰਸ ਆਫ ਅਟਰੈਕਸ਼ਨ ਹੁੰਦੀ ਹੈ, ਜਾਂ ਅਰਥ ਤੇ ਮੂਨ ਵਿੱਚ ਜਿੰਨੀ ਫੋਰਸ ਆਫ ਅਟਰੈਕਸ਼ਨ ਹੁੰਦੀ ਹੈ, ਉਹ ਹੁੰਦਾ ਹੈ ਗ੍ਰੈਵਿਟੇਸ਼ਨਲ ਫੋਰਸ, ਠੀਕ ਹੈ। ਉਹਦੇ ਤੋਂ ਜਿਹੜੇ ਨਿਊਕਲੀਓਨਸ ਹੈ, ਮਤਲਬ ਪ੍ਰੋਟੋਨਸ ਔਰ ਨਿਊਟਰੋਨਸ ਹੈ ਜਿਹੜੇ ਨਿਊਕਲੀਅਸ ਦੇ ਅੰਦਰ, ਉਹਨਾਂ ਵਿੱਚ ਜਿਹੜੀ ਫੋਰਸ ਆਫ ਅਟਰੈਕਸ਼ਨ ਹੈ ਉਹ ਅਰਥ ਤੇ ਮੂਨ ਵਿੱਚ ਜਿੰਨੀ ਫੋਰਸ ਆਫ ਅਟਰੈਕਸ਼ਨ ਹੈ ਉਹਦੇ ਤੋਂ 10 raised to the power 39 ਟਾਈਮਸ ਜ਼ਿਆਦਾ ਸਟਰੋਂਗ ਹੋਊਗੀ, ਠੀਕ ਹੈ। ਗ੍ਰੈਵਿਟੇਸ਼ਨਲ ਫੋਰਸ ਲੱਗਦੀ ਕਿੱਥੇ, ਰੇਂਜ ਕੀ ਆਂਦੀ, ਰੇਂਜ ਮਤਲਬ ਇਨਫਾਈਨਾਈਟ ਰੇਂਜ ਹੈ। ਇਨਫਾਈਨਾਈਟ ਰੇਂਜ ਦਾ ਮਤਲਬ ਵੀ ਇਹ 2 ਸੈਂਟੀਮੀਟਰ ਡਿਸਟੈਂਸ ਹੈ ਤਾਂ ਵੀ ਐਕਟ ਕਰਦੀ ਹੈ, 2 ਕਿਲੋਮੀਟਰ ਡਿਸਟੈਂਸ ਹੈ ਤਾਂ ਵੀ ਐਕਟ ਕਰਦੀ ਹੈ, ਜੇ ਡਿਸਟੈਂਸ ਸਾਡਾ 2 ਲਾਈਟ ਈਅਰ ਹੈਗਾ ਤਾਂ ਵੀ ਐਕਟ ਕਰਦੀ ਹੈ। ਸਮਝ ਗਏ ਵੀ ਦੋ ਬੋਡੀਜ਼ ਬਹੁਤ ਨੇੜੇ ਪਈਆਂ ਤਾਂ ਵੀ ਗ੍ਰੈਵਿਟੇਸ਼ਨਲ ਫੋਰਸ ਲੱਗੂਗੀ, ਥੋੜੇ ਡਿਸਟੈਂਸ ਤੇ ਤਾਂ ਵੀ ਲੱਗੂਗੀ। ਜੇ ਬਹੁਤ ਜ਼ਿਆਦਾ ਡਿਸਟੈਂਸ ਹੈ, ਜਿਵੇਂ ਅਸੀਂ ਗੈਲੈਕਸੀਜ਼ ਦੀ ਗੱਲ ਕਰਦੇ ਹਾਂ, ਮਿਲੀਅਨਸ ਆਫ ਲਾਈਟ ਈਅਰ ਦਾ ਡਿਫਰੈਂਸ ਹੈ ਉਹਨਾਂ ਵਿੱਚ ਹੈਗਾ ਡਿਸਟੈਂਸ, ਉਦੋਂ ਵੀ ਗ੍ਰੈਵਿਟੇਸ਼ਨਲ ਫੋਰਸ ਉੱਥੇ ਵੀ ਐਕਟ ਕਰਦੀ ਹੈ। ਤਾਂ ਇਨਫਾਈਨਾਈਟ ਹੈ ਦੀ ਰੇਂਜ, ਤੇ ਕਿੱਥੇ ਕੰਮ ਕਰਦੀ ਹੈ, ਆਲ ਆਬਜੈਕਟਸ ਇਨ ਦਾ ਯੂਨੀਵਰਸ, ਕੋਈ ਵੀ ਆਬਜੈਕਟ ਹੈ ਹਰ ਦੂਸਰੇ ਆਬਜੈਕਟ ਨੂੰ ਅਟਰੈਕਟ ਕਰ ਸਕਦਾ ਹੈ, ਦੈਟ ਇਜ਼ ਗ੍ਰੈਵਿਟੇਸ਼ਨਲ ਫੋਰਸ। ਫਿਰ ਵੀਕ ਨਿਊਕਲੀਅਰ ਫੋਰਸ ਦਾ ਉਵੇਂ ਸਟਰੋਂਗ ਨਿਊਕਲੀਅਰ ਫੋਰਸ ਨਾਲੋਂ 10 raised to the power minus 15 ਟਾਈਮਸ ਸਟਰੋਂਗ ਹੈ। ਮਾਈਨਸ ਹੈ ਮਤਲਬ ਪਾਵਰ, ਮਤਲਬ ਘੱਟ ਸਟਰੋਂਗ ਹੈ ਉਹਦੇ ਤੋਂ, ਠੀਕ ਹੈ। ਇਹ ਵੈਰੀ ਸ਼ੋਰਟ ਰੇਂਜ ਦੇ ਉੱਪਰ ਐਕਟ ਕਰਦੀ ਹੈ। ਸਬ ਨਿਊਕਲੀਅਰ ਸਾਈਜ਼ ਹੈ 10 raised to the power minus 13 ਮੀਟਰ ਤੇ ਐਕਟ ਕਰਦੀ ਹੈ, ਮਤਲਬ ਨਿਊਕਲੀਅਸ ਦੇ ਅੰਦਰ ਇਹ ਕੰਮ ਕਿੱਥੇ ਕਰਦੀ ਹੈ, ਸਮ ਐਲੀਮੈਂਟਰੀ ਪਾਰਟੀਕਲ ਸਪੈਸ਼ਲੀ ਇਲੈਕਟ੍ਰੋਨਸ ਐਂਡ ਨਿਊਟਰੀਨੋ, ਉਦੋਂ ਹੀ ਕੰਮ ਕਰਦੀ ਜਦੋਂ ਇਲੈਕਟ੍ਰੋਨਸ ਤੇ ਨਿਊਟਰੀਨੋ ਵਗੈਰਾ ਹੁੰਦੇ ਆ, ਉਹਨਾਂ ਵਿੱਚ ਇਹ ਫੋਰਸ ਲੱਗਦੀ ਹੈ, ਦੈਟ ਇਜ਼ ਵੀਕ ਨਿਊਕਲੀਅਰ ਫੋਰਸ। ਜਿਵੇਂ ਆਪਾਂ ਹੁਣੇ ਪਿੱਛੇ ਦੇਖ ਰਹੇ ਸੀ ਜਦੋਂ ਇੱਕ ਇਲੈਕਟ੍ਰੋਨ ਅਮਿਟ ਹੁੰਦਾ ਉਦੋਂ, ਠੀਕ ਹੈ, ਬੀਟਾ ਡਿਕੇ ਹੁੰਦਾ। ਇਲੈਕਟ੍ਰੋਮੈਗਨੈਟਿਕ ਫੋਰਸ ਇਹ ਇਹਦੇ ਨਾਲੋਂ 10 raised to the power minus 2 ਟਾਈਮਸ ਸਟਰੋਂਗ ਹੈ, ਮਤਲਬ ਸਟਰੋਂਗ ਨਿਊਕਲੀਅਰ ਫੋਰਸ ਨਾਲੋਂ 100 ਟਾਈਮਸ ਵੀਕ ਹੈ, ਆਪਾਂ ਇਹ ਕਹਿ ਸਕਦੇ ਹਾਂ। ਮਾਈਨਸ ਦਾ ਮਤਲਬ ਹੁੰਦਾ ਵੀਕ ਹੈ। ਇਹਦੀ ਰੇਂਜ ਵੀ ਇਨਫਾਈਨਾਈਟ ਹੈ। ਚਾਰਜ ਪਾਰਟੀਕਲ ਜਿੰਨੇ ਮਰਜ਼ੀ ਡਿਸਟੈਂਸ ਤੇ ਉਹਨਾਂ 'ਚ ਫੋਰਸ ਜ਼ਰੂਰ ਲੱਗੂਗੀ, ਜਿੰਨਾ ਜ਼ਿਆਦਾ ਡਿਸਟੈਂਸ ਹੁੰਦਾ ਜਾਊਗਾ ਉਨੀ ਫੋਰਸ ਘਟਦੀ ਜਾਊਗੀ, ਨੋ ਡਾਊਟ, ਠੀਕ ਹੈ। ਚਾਰਜ ਪਾਰਟੀਕਲ ਦੇ ਵਿੱਚ ਹੀ ਲੱਗਦੀ ਹੈ, ਜੇ ਕੋਈ ਅਨਚਾਰਜ ਪਾਰਟੀਕਲ ਹੈ ਉਦੋਂ ਇਹ ਫੋਰਸ ਨਹੀਂ ਲੱਗਦੀ। ਸਟਰੋਂਗ ਨਿਊਕਲੀਅਰ ਫੋਰਸ ਇਹ ਸਭ ਤੋਂ ਜ਼ਿਆਦਾ ਸਟਰੋਂਗ ਹੈ ਨੈਚੁਰਲੀ ਇਹਨਾਂ ਚਾਰਾਂ ਵਿੱਚੋਂ। ਇਹ ਸ਼ੋਰਟ ਰੇਂਜ ਤੇ ਐਕਟ ਕਰਦੀ ਹੈ, ਜਦੋਂ ਨਿਊਕਲੀਅਸ ਜਿਹੜਾ ਆਪਣਾ ਐਟਮ ਦਾ ਨਿਊਕਲੀਅਸ ਹੈ ਉਹਦੇ ਅੰਦਰ ਹੀ ਐਕਟ ਕਰਦੀ ਹੈ, ਔਰ ਸਾਈਜ਼ ਹੈ 10 raised to the power minus 15 ਮੀਟਰ, ਮਤਲਬ 10 ਦੀ ਪਾਵਰ minus 15 ਮੀਟਰ ਤੋਂ ਨੇੜੇ ਜੇਕਰ ਆਬਜੈਕਟਸ ਹੈਗੇ ਆ ਤਾਂ ਇਹ ਐਕਟ ਕਰੂਗੀ, ਜੇ ਉਹਨਾਂ ਦਾ ਡਿਸਟੈਂਸ ਇਸ ਤੋਂ ਵੱਧ ਗਿਆ ਥੋੜਾ ਜਿਹਾ ਤਾਂ ਫਿਰ ਇਹ ਐਕਟ ਨਹੀਂ ਕਰਦੀ, ਠੀਕ ਹੈ। ਔਰ ਇਹ ਕਿੰਦੇ ਵਿੱਚ ਐਕਟ ਕਰਦੀ ਹੈ, ਨਿਊਕਲੀਓਨਸ ਦੇ ਅੰਦਰ। ਨਿਊਕਲੀਓਨਸ ਦੇ ਵਿੱਚ ਕੀ ਹੋ ਜਾਂਦਾ ਹੈ, ਨਿਊਕਲੀਓਨਸ ਦਾ ਮਤਲਬ ਕੀ ਹੈ, ਵਾਟ ਆਰ ਨਿਊਕਲੀਓਨਸ। ਨਿਊਕਲੀਓਨਸ ਦਾ ਮਤਲਬ ਵੀ ਜਿਹੜੇ ਸਾਡੇ ਨਿਊਕਲੀਓਨਸ ਦਾ ਮਤਲਬ ਕੀ ਹੋ ਜਾਊਗਾ ਵੀ ਜਿਹੜੇ ਪਾਰਟੀਕਲਸ ਨਿਊਕਲੀਅਸ ਦੇ ਅੰਦਰ ਹੈ, ਔਰ ਨਿਊਕਲੀਅਸ ਦੇ ਅੰਦਰ ਕੀ ਹੁੰਦਾ ਹੈ, ਪ੍ਰੋਟੋਨਸ ਔਰ ਨਿਊਟਰੋਨਸ, ਤਾਂ ਉਹਨਾਂ ਨੂੰ ਦੋਨਾਂ ਨੂੰ ਆਪਾਂ ਨਿਊਕਲੀਓਨਸ ਬੋਲਦੇ ਹਾਂ, ਠੀਕ ਹੈ। ਐਵੇਂ ਹੈਵੀ ਐਲੀਮੈਂਟਰੀ ਪਾਰਟੀਕਲਸ ਹੈ ਉਹਨਾਂ ਵਿੱਚ ਇਹ ਫੋਰਸ ਜਿਹੜੀ ਹੈ ਨਿਊਕਲੀਅਰ ਫੋਰਸ ਹੈ ਜਿਹੜੀ ਉਹ ਐਕਟ ਕਰਦੀ ਹੈ, ਓਕੇ। Apart from finding the facts through observation and experiments, physicists always try to summarize these facts as laws or empirical relations in form of mathematical equations. These are known as physical laws. Most
ਤਾਂ ਇਹ ਬੇਟਾ ਸੀ ਆਪਣੇ ਕੋਲ ਹਾਂਜੀ ਇਹ ਆਪਾਂ ਜਿਹੜੀ ਗੱਲ ਕਰ ਰਹੇ ਸੀ ਹੈਲੋ ਹੈਲੋ ਹਾਂਜੀ ਇਹ ਆਪਾਂ ਜਿਹੜੀ ਗੱਲ ਕਰ ਰਹੇ ਸੀ ਇਹ ਆਪਣੇ ਕੋਲ ਸੀ ਲਾ ਆਫ ਕੰਜ਼ਰਵੇਸ਼ਨ ਠੀਕ ਹੈ ਲਾ ਆਫ ਕੰਜ਼ਰਵੇਸ਼ਨ ਮਤਲਬ ਕੁਝ ਐਦਾਂ ਦੀਆਂ ਕੁਆਂਟੀਟੀਜ਼ ਹੈ ਜਿਹੜੀਆਂ ਅਨਚੇਂਜਡ ਰਹਿੰਦੀਆਂ ਬਦਲਦੀਆਂ ਨਹੀਂ ਉਹਦੇ 'ਚ ਜਿਵੇਂ ਲਾ ਆਫ ਕੰਜ਼ਰਵੇਸ਼ਨ ਆਫ ਮਾਸ ਹੈ ਆਪਣੇ ਕੋਲ ਲਾ ਆਫ ਕੰਜ਼ਰਵੇਸ਼ਨ ਆਫ એનર્ਜੀ ਹੈ ਠੀਕ ਹੈ ਵੀ એનર્ਜੀ ਟੋਟਲ ਜਿਹੜਾ ਯੂਨੀਵਰਸ ਦੀ ਤੁਸੀਂ ਪੜ੍ਹਿਆ ਹੋਊਗਾ ਪਿੱਛੇ ਹੈ ਨਾ ਵੀ ਟੋਟਲ ਯੂਨੀਵਰਸ ਦੀ ਜਿਹੜੀ એનર્ਜੀ ਹੈ ਦੈਟ ਰਿਮੇਨਸ ਕਨਸਟੈਂਟ ਵੀ ਕੈਨ ਨਾਟ ਕ੍ਰੀਏਟ એનર્ਜੀ ਵੀ ਕੈਨ ਨਾਟ ਡਿਸਟਰੋਏ એનર્ਜੀ ਆਪਾਂ ਪੈਦਾ ਨਹੀਂ ਕਰ ਸਕਦੇ ਆਪਾਂ ਖਤਮ ਨਹੀਂ ਕਰ ਸਕਦੇ એનર્ਜੀ ਨੂੰ ਸਿਮਿਲਰਲੀ ਇਹ ਸਾਰੀਆਂ ਕੁਆਂਟੀਟੀਜ਼ ਲੀਨੀਅਰ ਮੋਮੈਂਟਮ ਐਂਗੂਲਰ ਮੋਮੈਂਟਮ ਹੈ ਚਾਰਜ ਹੈ ਪਾਰਟੀ ਹੈ ਇਹ ਸਭ ਕੁਝ ਠੀਕ ਹੈ ਇਹ ਸਾਰੇ ਲਾ ਆਫ ਕੰਜ਼ਰਵੇਸ਼ਨ ਹੈ ਠੀਕ ਹੈ ਤਾਂ ਆਈ ਹੋਪ ਤੁਹਾਨੂੰ ਇੰਨੀ ਗੱਲ ਸਾਰੀ ਸਮਝ ਆ ਗਈ ਹੋਏਗੀ ਠੀਕ ਹੈ ਔਰ ਜਿਹੜਾ ਆਪਾਂ ਇਹ ਵਾਲਾ ਅੱਜ ਵਾਲਾ ਕੰਮ ਕੀਤਾ ਹੈ ਠੀਕ ਹੈ ਇਹ ਤੁਸੀਂ ਇਹਨੂੰ ਦੇਖ ਸਕਦੇ ਹੋ ਵੀ ਅਸੀਂ ਹੈਲੋ ਹਾਂਜੀ ਜਿਹੜਾ ਅੱਜ ਵਾਲਾ ਆਪਾਂ ਇਹ ਕੰਮ ਕੀਤਾ ਸੀਗਾ ਪਹਿਲੇ ਜਿਹੜੇ ਨੋਟਸ ਹੈ ਉਹਨਾਂ ਨੂੰ ਧਿਆਨ ਨਾਲ ਦੇਖ ਲੈਣਾ ਬੇਟਾ ਠੀਕ ਹੈ ਇਹ ਵਾਲੇ ਨੋਟਸ ਹੈ ਜਿਹੜੇ ਇਹਨਾਂ ਨੂੰ ਧਿਆਨ ਨਾਲ ਦੇਖਣਾ ਹੈ ਇੱਥੋਂ ਰੀਡ ਕਰ ਸਕਦੇ ਹਾਂ ਆਪਾਂ ਆਹੀ ਗੱਲਾਂ ਜਿਹੜੀਆਂ ਆਪਾਂ ਪਹਿਲੇ ਵੀ ਕੀਤੀਆਂ ਉਹੀ ਆਪਣੇ ਜਿਹੜਾ ਤੁਹਾਨੂੰ ਵੀਡੀਓ ਸ਼ੋ ਕੀਤੀ ਉਹਦੇ ਵਿੱਚ ਵੀ ਸੇਮ ਹੈ ਠੀਕ ਹੈ ਫਿਜ਼ੀਕਲ ਵਰਲਡ ਬਾਰੇ ਸਾਡੀ ਫਿਜ਼ਿਕਸ ਬਾਰੇ ਠੀਕ ਹੈ ਔਰ ਇਹਦੇ ਜਿਹੜੇ ਲਾਜ਼ ਹੈ ਉਹਨਾਂ ਬਾਰੇ ਸਕੋਪ ਕੀ ਹੈ ਫਿਜ਼ਿਕਸ ਦਾ ਉਹਦੇ ਬਾਰੇ ਮੈਕਰੋਸਕੋਪਿਕ ਡੋਮੇਨ ਠੀਕ ਹੈ ਮਕੈਨਿਕਸ ਇਲੈਕਟ੍ਰੋਡਾਇਨਾਮਿਕਸ ਆਪਟਿਕਸ ਥਰਮੋਡਾਇਨਾਮਿਕਸ ਇਹ ਆਪਾਂ ਉਹਦੇ 'ਚ ਪੜ੍ਹਿਆ ਨਾ ਐਵੇਂ ਮਾਈਕਰੋਸਕੋਪਿਕ ਡੋਮੇਨ ਠੀਕ ਹੈ ਵੀ ਜਦੋਂ ਅਸੀਂ ਛੋਟੇ ਪਾਰਟੀਕਲਸ ਦੀ ਗੱਲ ਕਰਦੇ ਹਾਂ ਐਟਮਸ ਦੀ ਗੱਲ ਕਰਦੇ ਹਾਂ ਠੀਕ ਹੈ ਨਿਊਕਲੀਅਸ ਦੀ ਗੱਲ ਕਰਦੇ ਹਾਂ ਉਦੋਂ ਠੀਕ ਹੈ ਤਾਂ ਇਹ ਸਾਰਾ ਧਿਆਨ ਨਾਲ ਇਹਨੂੰ ਰੀਡ ਕਰ ਲੈਣਾ ਹੈ ਇਹ ਆਪਣੇ ਕੋਲ ਉਹੀ ਫੋਰਸਿਸ ਦੀ ਗੱਲ ਹੈ ਫੰਡਾਮੈਂਟਲ ਫੋਰਸਿਸ ਗ੍ਰੈਵੀਟੇਸ਼ਨਲ ਫੋਰਸ ਦੀ ਗੱਲ ਆਪਾਂ ਕੀਤੀ ਹੈ ਵੀ ਐਨੀ ਟੂ ਬੋਡੀਜ਼ ਕੋਈ ਵੀ ਦੋ ਬੋਡੀਜ਼ ਹੈ ਉਹਨਾਂ ਵਿੱਚ ਜਿਹੜੀ ਫੋਰਸ ਆਫ ਅਟਰੈਕਸ਼ਨ ਹੁੰਦੀ ਹੈ ਉਹਨੂੰ ਆਪਾਂ ਬੋਲਾਂਗੇ ਗ੍ਰੈਵੀਟੇਸ਼ਨਲ ਫੋਰਸ ਠੀਕ ਹੈ ਸਿਮਿਲਰਲੀ ਇਲੈਕਟ੍ਰੋਮੈਗਨੈਟਿਕ ਫੋਰਸ ਹੈ ਦੂਸਰੀ ਜਿਹੜੇ ਚਾਰਜਡ ਪਾਰਟੀਕਲ ਵਿੱਚ ਹੋਏਗੀ ਤੀਸਰਾ ਸਟਰੋਂਗ ਨਿਊਕਲੀਅਰ ਫੋਰਸ ਹੈ ਜਿਹੜੇ ਆਪਣਾ ਨਿਊਕਲੀਅਸ ਹੈ ਉਹਦੇ ਅੰਦਰ ਜਿਹੜੀ ਫੋਰਸ ਲੱਗਦੀ ਹੈ ਦੈਟ ਇਜ਼ ਸਟਰੋਂਗ ਨਿਊਕਲੀਅਰ ਫੋਰਸ ਚੌਥਾ ਵੀਕ ਨਿਊਕਲੀਅਰ ਫੋਰਸ ਦੀ ਆਪਾਂ ਗੱਲ ਕੀਤੀ ਹੈ ਠੀਕ ਹੈ ਜਦੋਂ ਬੀਟਾ ਡਿਕੇ ਹੁੰਦਾ ਹੈ ਉਦੋਂ ਜਿਹੜੀ ਉਹਨਾਂ ਵਿੱਚ ਫੋਰਸ ਹੀ ਲੱਗ ਰਹੀ ਹੈ ਆਹ ਡਿਫਰੈਂਟ ਟਾਈਪ ਦੇ ਫੋਰਸਿਸ ਉਹਨਾਂ ਦੇ ਵਿੱਚ ਆਪਣੇ ਕੋਲ ਆਹੀ ਜਿਹੜਾ ਆਪਾਂ ਟੇਬਲ ਦੀ ਗੱਲ ਕਰ ਰਹੇ ਸੀ ਠੀਕ ਹੈ ਆ ਕੁਝ ਸਾਇੰਟਿਸਟ ਉਹਨਾਂ ਦੇ ਨਾਮ ਦਿੱਤੇ ਹੋਏ ਹੈ ਸਾਰਾ ਧਿਆਨ ਨਾਲ ਤੁਸੀਂ ਰੀਡ ਕਰ ਲੈਣਾ ਬੱਚੇ ਠੀਕ ਹੈ ਆ ਲਾਜ਼ ਹੈਗੇ ਆ ਲਾ ਆਫ ਕੰਜ਼ਰਵੇਸ਼ਨ ਆਫ એનર્ਜੀ ਠੀਕ ਹੈ ਲਾ ਆਫ ਕੰਜ਼ਰਵੇਸ਼ਨ ਆਫ ਮਾਸ ਹੈ ਇਹ ਮੈਂ ਫਿਰ ਵੀ ਤੁਹਾਨੂੰ ਦੱਸ ਦੂੰਗਾ ਇੱਕ ਵਾਰ ਰੀਡ ਕਰ ਲੈਣਾ ਜੇ ਕੋਈ ਤੁਹਾਨੂੰ ਪ੍ਰੋਬਲਮ ਲੱਗੇ ਤਾਂ ਤੁਸੀਂ ਮੇਰੇ ਨਾਲ ਡਿਸਕਸ ਕਰ ਸਕਦੇ ਹੋ ਸਾਨੂੰ ਦੱਸ ਦਿਆ ਕਰੋ ਵੀ ਆਹ ਚੀਜ਼ ਜਿਹੜੀ ਹੈ ਉਹ ਸਮਝ ਨਹੀਂ ਆਈ ਤਾਂ ਕਿ ਉਸ ਚੀਜ਼ ਬਾਰੇ ਡਿਸਕਸ ਕੀਤਾ ਜਾ ਸਕੇ ਠੀਕ ਹੈ ਜਦੋਂ ਵੀ ਕੰਮ ਕਰਦੇ ਹੋ ਉਹਦਾ ਰਿਪਲਾਈ ਜ਼ਰੂਰ ਕਰ ਦਿਆ ਕਰੋ ਤਾਂ ਕਿ ਆਪਾਂ ਨੂੰ ਇਹ ਚੀਜ਼ ਪਤਾ ਚੱਲ ਜੇ ਵੀ ਤੁਹਾਨੂੰ ਕਿਹੜੀਆਂ ਚੀਜ਼ਾਂ ਸਮਝ ਆ ਗਈਆਂ ਜਾਂ ਤੁਹਾਨੂੰ ਕੀ ਚੀਜ਼ ਸਮਝ ਵਿੱਚੋਂ ਨਹੀਂ ਆ ਰਹੀ देयर आर सर्टन स्टूडेंट्स अपने कोल है अच्छे स्टूडेंट्स ਜਿਹੜੇ ਵਧੀਆ ਰਿਪਲਾਈ ਕਰ ਰਹੇ ਹੈ ਔਰ ਕੁਝ ਇੱਕ ਸਟੂਡੈਂਟਸ ਜਿਹੜੇ ਆ ਨਹੀਂ ਰਿਪਲਾਈ ਕਰ ਰਹੇ ਉਹਦਾ ਰੀਜ਼ਨ ਸਾਨੂੰ ਸਮਝ ਨਹੀਂ ਆਉਂਦਾ ਬਿਕੋਜ਼ ਅਸੀਂ ਡਾਇਰੈਕਟਲੀ ਆਪਾਂ ਇਨ ਟੱਚ ਨਹੀਂ ਹੈਗੇ ਠੀਕ ਹੈ ਵੀ ਆਰ ਯੂਜ਼ਿੰਗ ਦਿਸ ਮੀਡੀਆ ਹੈ ਨਾ ਆਪਾਂ ਆਨਲਾਈਨ ਸਿਸਟਮ ਦੇ ਥਰੂ ਹੀ ਇੱਕ ਦੂਜੇ ਦੇ ਟੱਚ ਵਿੱਚ ਹੈਗੇ ਆ ਤਾਂ ਸਾਨੂੰ ਨਹੀਂ ਪਤਾ ਚੱਲ ਰਿਹਾ ਵੀ ਉਹਨਾਂ ਕੋਲ ਕੋਈ ਨੈਟ ਦੀ ਪ੍ਰੋਬਲਮ ਹੈ ਉਹਨਾਂ ਕੋਲ ਮੋਬਾਈਲ ਨਹੀਂ ਹੁੰਦਾ ਜਾਂ ਕੋਈ ਸਟੂਡੈਂਟ ਹੋ ਸਕਦਾ ਜਾਣਬੁੱਝ ਕੇ ਕੰਮ ਨਹੀਂ ਕਰ ਰਹੇ ਤਾਂ what are the reasons we don't know but the thing is ਬੇਟਾ ਜੇ ਤੁਸੀਂ ਕੰਮ ਕਰੋਗੇ ਹਜੇ ਆਪਾਂ ਨੂੰ ਇਹ ਨਹੀਂ ਪਤਾ ਇਹ ਵਾਲਾ ਸਿਚੁਏਸ਼ਨ ਕਦੋਂ ਤੱਕ ਰਹਿਣੀ ਹੈ ਆਪਾਂ ਨੂੰ ਇਹ ਨਹੀਂ ਪਤਾ ਇਹ ਵਾਇਰਸ ਨੇ ਕਦੋਂ ਤੱਕ ਆਪਣਾ ਐਦਾਂ ਹੀ ਚੱਲਦੇ ਰਹਿਣਾ ਹੈ ਕਦੋਂ ਤੱਕ ਆਪਣੇ ਸਕੂਲ ਬੰਦ ਰਹਿਣੇ ਹੈ ਠੀਕ ਹੈ ਜੇ ਆਪਾਂ
ਸੋਚੀ ਚੱਲਾਂਗੇ ਵੀ ਕੋਈ ਗੱਲ ਨਹੀਂ, ਸਕੂਲ ਖੁੱਲਣਗੇ, ਹਜੇ ਤਾਂ ਛੁੱਟੀਆਂ ਹੀ ਹੈ, ਜੇ ਆਪਾਂ ਇਹਨਾਂ ਨੂੰ ਐਜ਼ ਹੌਲੀਡੇਜ਼ ਹੀ ਕੰਸੀਡਰ ਕਰੀ ਚੱਲਾਂਗੇ ਤਾਂ ਆਪਾਂ ਸਾਰੇ ਪਿੱਛੇ ਰਹਿ ਜਾਾਂਗੇ। ਜਿਹੜੇ ਬੱਚੇ ਹੁਣ ਪੜ੍ਹ ਰਹੇ ਹੈ ਉਹ ਆਪਣੇ ਤੋਂ ਅੱਗੇ ਨਿਕਲ ਜਾਣਗੇ। ਜਿਵੇਂ ਰੇਸ ਹੁੰਦੀ ਹੈ ਨਾ, ਸਾਰੇ ਜਣੇ ਆਪਾਂ ਇਕੱਠੇ ਖੜਦੇ ਹਾਂ, ਫਿਰ ਇੱਕ ਵਿਸਲ ਹੁੰਦੀ ਹੈ, ਸਾਰੇ ਭੱਜਦੇ ਆ, ਤਾਂ ਹੀ ਆਪਾਂ ਬਰਾਬਰ ਆ ਸਕਦੇ ਹਾਂ ਨਾ ਉਹਨਾਂ ਦੇ। ਜੇ ਆਪਾਂ ਖੜੇ ਰਹੀਏ ਕੋਈ ਗੱਲ ਨਹੀਂ, ਆਪਾਂ ਬਾਅਦ ਚ ਭੱਜਾਂਗੇ, ਬਾਕੀ ਭੱਜ ਲੈਣ ਪਹਿਲਾਂ, ਤਾਂ ਫਿਰ ਜਿਹੜਾ ਪਹਿਲੇ ਭੱਜੂਗਾ ਉਹਨੂੰ ਤਾਂ ਐਡਵਾਂਟੇਜ ਮਿਲ ਗਈ ਨਾ, ਤਾਂ ਉਹ ਪਹਿਲੇ ਹੀ ਪਹੁੰਚੂਗਾ ਤੁਹਾਡੇ ਤੋਂ, ਨੈਚੁਰਲ ਹੈ। ਤਾਂ ਸੇਮ ਇਜ਼ ਦਾ ਕੇਸ ਹੇਅਰ ਨਾਓ। ਜਿਹੜੇ ਤੁਸੀਂ ਪੜ੍ਹ ਰਹੇ ਹੋ ਜਾਂ ਜਿਹੜੇ ਸਟੂਡੈਂਟ ਹੁਣ ਪੜ੍ਹ ਰਹੇ ਹੈ, ਉਹ ਸਮਝ ਲਓ ਦੂਜਿਆਂ ਤੋਂ ਆਪਾਂ ਅੱਗੇ ਨਿਕਲ ਰਹੇ ਹਾਂ ਆਲਰੇਡੀ। ਉਹਨਾਂ ਨੇ ਹਜੇ ਸਟਾਰਟ ਹੀ ਨਹੀਂ ਕੀਤਾ, ਆਪਾਂ ਉਹਨਾਂ ਤੋਂ ਅੱਗੇ ਹਾਂ, ਤਾਂ ਨੈਚੁਰਲੀ ਆਪਾਂ ਉਹਨਾਂ ਤੋਂ ਅੱਗੇ ਹੀ ਰਵਾਂਗੇ। ਠੀਕ ਹੈ, ਇਸ ਲਈ ਮੈਂ ਸਾਰੇ ਸਟੂਡੈਂਟਸ ਨੂੰ ਫਿਰ ਦੁਬਾਰਾ ਇੱਕ ਚੀਜ਼ ਕਹਿਣਾ ਚਾਹੁੰਦਾ ਵੀ ਪਲੀਜ਼ ਆਪਣੀ ਸਟੱਡੀਜ਼ 'ਤੇ ਧਿਆਨ ਦਿਓ, ਫੋਕਸ ਰੱਖੋ, ਧਿਆਨ ਨਾਲ ਪੜ੍ਹੋ, ਜਿਹੜੀਆਂ ਪ੍ਰੋਬਲਮਸ ਹੋਣ ਉਹ ਡਿਸਕਸ ਕਰੋ, ਦੱਸੋ ਵੀ ਆਹ ਪ੍ਰੋਬਲਮ ਹੈ ਐਂਡ ਵੀ ਵਿਲ ਡਿਸਕਸ। ਠੀਕ ਹੈ, ਐਂਡ ਹੁਣ ਧਿਆਨ ਨਾਲ ਸਾਰੇ ਪੜ੍ਹੋ। ਠੀਕ ਹੈ, ਹੈਪੀ ਲਰਨਿੰਗ, ਔਰ ਵਧੀਆ ਵਧੀਆ ਪੜ੍ਹਨਾ ਹੈ। ਜਿਹੜੀਆਂ ਪ੍ਰੋਬਲਮਸ ਹੋਣਗੀਆਂ ਉਹ ਤੁਸੀਂ ਸਾਨੂੰ ਦੱਸਣੀਆਂ। ਓਕੇ, ਆਲ ਦਾ ਬੈਸਟ ਬੇਟਾ, ਬਾਏ।